ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉ ਕੁਰਬਾਨ ਜਾਓ ਮਿਹਰਬਾਨ, ਹਉ ਕੁਰਬਾਨ ਜਾਓ। ਹਉ ਕੁਰਬਾਨ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨ ਜਾਓ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪਰਨਬਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਸਾਨੂੰ ਮੇਲ ਕਰਾਇਓ ਉਹਨਾਂ ਦੇ, ਜਿਹੜੇ ਨੇ ਤੇਰਾ ਨਾਮ ਜਪਦੇ ਜੀ। ਸਾਨੂੰ ਮੇਲ ਕਰਾਇਓ ਦਾਤਾ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਸਾਨੂੰ ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਹਾਂਜੀ ਮੇਲ ਕਰਾਇਓ ਦਾਤਾ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ, ਦਾਤਾ ਜੀ ਜਿਹੜੇ ਤੇਰਾ ਨਾਮ ਜਪਦੇ। ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ, ਦਾਤਾ ਜੀ ਜਿਹੜੇ ਤੇਰਾ ਨਾਮ ਜਪਦੇ। ਵਾਹ ਜੀ ਜਿਹੜੇ ਤੇਰਾ ਨਾਮ ਜਪਦੇ। ਵਾਹ
ਵਾਵਾ ਜਿਹੜੇ ਤੇਰਾ ਨਾਮ ਜਪਦੇ ਬਾਬਾ ਜਿਹੜੇ ਤੇਰਾ ਨਾਮ ਜਪਦੇ ਬਾਬਾ ਜੀ ਜਿਹੜੇ ਤੇਰਾ ਨਾਮ ਜਪਦੇ ਨਾਮ ਜਪਦੇ ਮੇਲ ਕਰਾਮੀ ਦਾਤਾ ਉਹਨਾਂ ਦੇ ਜੀ ਜਿਹੜੇ ਤੇਰਾ ਨਾਮ ਜਪਦੇ ਰੱਬਾ ਮੇਲ ਕਰਾਮੀ ਜਿਹੜੇ ਤੇਰਾ ਨਾਮ ਜਪਦੇ ਮੇਲ ਕਰਾਮੀ ਉਹਨਾਂ ਦੇ ਜਿਹੜੇ ਤੇਰਾ ਨਾਮ ਜਪਦੇ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਭਾਗ ਠੰਡੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸਈ ਇਹ ਆਏ ਪਰਵਾਨ ਗਣੀ ਆਏ ਸਫਲ ਤਿਨਾ ਕੇ ਕੰਮ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਉ ਜਨ ਕੈ ਸੰਗ ਤਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੁੰਦਰ ਏਕੈ ਨਾਮ ਜਪਤ ਅਗਨਤ ਅਨੇਕ वेद पुराण सिमरत सुदाखर कीने राम नाम एक आखर किन का एक जिस जी वसावै ताकि महिमा गणी न आवै कांखी एक दर्श तुहारो नानक उन संग मोहे उदारो कांखी एक दर्श तुहारो नानक उन संग मोहे उदारो जेड़े तेरियां रंगां विच रंगे ने उन्हां दे संग सानू रंग लाओ ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਨੇ ਉਹਨਾਂ ਦੇ ਸੰਗ ਸਾਨੂੰ ਰੰਗ ਲਾਓ ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਰਤੇ ਨੇ ਉਹਨਾਂ ਦੇ ਸੰਗ ਸਾਨੂੰ ਰੰਗ ਲਾਓ ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਰਤੇ ਨੇ ਜੀ ਉਹਨਾਂ ਸੰਗ ਸਾਨੂੰ ਰੰਗ ਲੈ ਰੰਗੇ ਨੇ ਜੀ ਉਹਨਾਂ ਦੇ ਸੰਗ ਸਾਨੂੰ ਰੰਗ ਲਾਓ ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਨੇ ਉਹਨਾਂ ਦੇ ਸੰਗ ਸਾਨੂੰ ਰੰਗ ਲਾਓ कांखी एकै दर्श तुहारो नानक उन संग मोहे उधारो परम सन्मान योग सत्कार योग धन 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 साहिब श्री गुरु ग्रंथ साहिब महाराज सच्चे पातशाह जियां दे पावन चरणां विच ਮਹਾਂਪੁਰਖਾਂ ਦੀ ਪਿਆਰੀ ਮਿੱਠੀ ਨਿੱਘੀ ਯਾਦ ਨੂੰ ਮਨਾਉਂਦਿਆਂ ਹੋਇਆਂ ਸਤ ਸੰਗਤ ਦੇ ਸੁਭਾਗ ਸਮੇਂ ਵੱਡੇ ਭਾਗਾਂ ਦੇ ਸਦਕਾ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਪ੍ਰਾਪਤ ਹੋਏ ਨੇ। ਆਓ ਸਾਰੇ ਬੜੇ ਪਿਆਰ ਸਤਿਕਾਰ ਸਹਿਤ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ। ਪ੍ਰਵਾਨ ਗਣੀ ਸਈ ਇਹ ਆਏ ਸਫਲ ਤਿਨਾਂ ਕੇ ਕੰਮ।
ਦੁਨੀਆ ਦੇ ਵਿੱਚ ਆਉਣਾ ਜਾਣਾ, ਸੰਸਾਰ ਦੇ ਵਿੱਚ ਆਉਣਾ ਜਾਣਾ ਸਾਰਿਆਂ ਦਾ ਹੀ ਬਣਿਆ ਹੈ, ਪਰ ਇਸ ਜੀਵਨ ਨੂੰ, ਇਸ ਜੀਵਨ ਯਾਤਰਾ ਨੂੰ ਸਫਲ ਕਰਨਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਨਾਮ ਨੂੰ ਜਪਣਾ, ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਰੰਗਾਂ ਵਿੱਚ ਰਹਿਣਾ ਬਿਰਲਿਆਂ ਦੇ ਹਿੱਸੇ ਆਇਆ ਹੈ। ਤੇ ਅੱਜ ਅਸੀਂ ਉਹਨਾਂ ਵਿਰਲਿਆਂ ਦੀਆਂ ਯਾਦਾਂ ਮਨਾਉਣ ਵਾਸਤੇ ਜੁੜੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ, ਆਪਣੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਿਆ, ਪ੍ਰਮਾਤਮਾ ਦਾ ਨਾਮ ਜਪਿਆ ਤੇ ਜਪਾਇਆ। ਅੱਜ ਉਹਨਾਂ ਦੀਆਂ ਕਮਾਈਆਂ ਬੋਲ ਰਹੀਆਂ ਨੇ, ਉਹਨਾਂ ਦੀਆਂ ਕੀਤੀਆਂ ਹੋਈਆਂ ਸੇਵਾ ਸਿਮਰਨ ਦੀਆਂ ਮਿਹਨਤਾਂ ਬੋਲ ਰਹੀਆਂ। ਵੱਡੇ ਭਾਗ ਨੇ ਨਗਰ ਦੇ, ਇਲਾਕੇ ਦੇ ਕਈ ਦਿਨਾਂ ਤੋਂ ਲਗਾਤਾਰ ਦਰਸ਼ਨ ਮੇਲੇ ਕਰ ਰਹੇ ਸੀ ਲਾਈਵ। ਪਿਛਲੇ ਸਾਲ ਵੀ ਬੇਨਤੀ ਮਹਾਂਪੁਰਖਾਂ ਨੂੰ ਕੀਤੀ, ਸਮਾਂ ਵੀ ਮਿਲਿਆ, ਪਰ ਭਾਗਾਂ ਦੇ ਵਿੱਚ ਨਹੀਂ ਸੀ ਹਾਜ਼ਰੀ ਭਰਨੀ। ਆਏ ਵੀ ਦਰਸ਼ਨ ਕਰਕੇ ਚਲੇ ਗਏ। ਸੋ ਅੱਜ ਵੀ ਮਨ ਵਿੱਚ ਕਈ ਦਿਨਾਂ ਤੋਂ ਲੈ ਕਰਕੇ ਭਾਵਨਾ ਸੀ, ਕਿਉਂਕਿ ਇਸੇ ਫੁਲਵਾੜੀ ਦੇ ਵਿੱਚੋਂ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਸਮਾਂ ਮਿਲਿਆ ਤੇ ਜ਼ਿੰਦਗੀ ਦਾ ਇੱਕ ਰਾਹ ਮਿਲ ਗਿਆ, ਮੌਕਾ ਮਿਲ ਗਿਆ ਆ ਦਰਸ਼ਨ ਕਰਨ ਦਾ, ਸੰਗਤਾਂ ਦੇ ਜੋੜੇ ਚਾੜਨ ਦਾ। ਜ਼ਿੰਦਗੀ ਬਦਲ ਦਿੰਦੇ ਆ ਮਹਾਂਪੁਰਖ। ਬੜੀਆਂ ਵੱਡੀਆਂ ਤਬਦੀਲੀਆਂ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਨੇ। ਜਿਹੜੀ ਜ਼ਿੰਦਗੀ ਪਹਿਲਾਂ ਹੁੰਦੀ ਹੈ ਉਹਦੇ ਨਾਲੋਂ ਕਿਤੇ ਫਰਕ ਪੈ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ ਸੰਗਤ ਕਰਦੇ ਆ। ਸਤਿਗੁਰੂ ਜੀ ਬਾਣੀ 'ਚ ਫਰਮਾਉਂਦੇ ਆ, ਨਾ ਹੋ ਜਤੀ ਸਦੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਉਹਨਾਂ ਦਾ ਮਿਲਾਪ, ਉਹਨਾਂ ਦੀ ਸੰਗਤ, ਉਹਨਾਂ ਦਾ ਸੰਗ ਪ੍ਰਾਪਤ ਹੋ ਜੇ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਨਹੀਂ ਵਿਸਰਦੇ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਸਤਿਗੁਰੂ ਜੀ ਕਹਿੰਦੇ, ਭੇਦ ਨਾ ਜਾਣੋ ਮੂਲ, ਸਾਈਂ ਜਿਹੇ ਰੱਬ ਵਰਗੇ। ਸਾਈਂ ਵਰਗੇ ਨੇ ਜਿਨ੍ਹਾਂ ਨੂੰ ਨਹੀਂ ਵਿਸਰਦਾ। ਸਾਈਂ ਵਰਗੇ ਨੇ ਜਿਹੜੇ ਯਾਦ ਕਰਦੇ, ਜਿਹੜੇ ਨਾਮ ਜਪਦੇ, ਬੰਦਗੀ ਕਰਦੇ, ਸੇਵਾ ਕਰਦੇ, ਸਿਮਰਨ ਕਰਦੇ। ਇਸੇ ਕਰਕੇ ਆ ਸੰਗਤ ਨੂੰ ਲੋਚੀਂਦਾ ਉਹਨਾਂ ਪਿਆਰਿਆਂ ਦੀ ਸੰਗਤ, ਉਹਨਾਂ ਗੁਰਮੁਖਾਂ ਦੀ ਸੰਗਤ ਮਿਲ ਜੇ, ਜਿਨ੍ਹਾਂ ਦੀ ਸੰਗਤ ਕਰਕੇ ਜੀਵਨ ਨੂੰ ਪ੍ਰਮਾਤਮਾ ਜੀ ਆਪ ਜੀ ਦੇ ਨਾਮ ਦਾ ਰੰਗ ਚੜ੍ਹਦੇ। ਇੱਥੇ ਬੜੇ ਰੰਗ ਦੁਨੀਆ 'ਚ ਚੜ੍ਹਦੇ। ਜਿਹੋ ਜੇ ਲੋਕਾਂ ਦੀ ਸੰਗਤ ਕੀਤੀ, ਜਿਹੋ ਜੇ ਲੋਕਾਂ ਵਿੱਚ ਅਸੀਂ ਵਿਚਰਦੇ ਹਾਂ, ਉਹਦਾ ਅਸਰ ਸਾਡਾ ਮਨ ਕਬੂਲ ਕਰਦਾ ਹੈ, ਪ੍ਰਭਾਵ ਸਾਡਾ ਮਨ ਕਬੂਲ ਕਰਦਾ ਹੈ। ਇਸੇ ਕਰਕੇ ਬਾਣੀ ਵਿੱਚ ਕਬੀਰ ਸਾਹਿਬ ਕਹਿੰਦੇ, ਸਾਕਤ ਸੰਗ ਨਾ ਕੀਜੇ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਈ ਕਹਿੰਦੇ ਆ ਨਾ ਵੀ ਬੈਠਣ ਨਾਲ ਕੀ ਹੋ ਜਾਂਦਾ, ਜਿਹਦੇ ਕੋਲੇ ਮਰਜ਼ੀ ਬੈਠ ਲਈ, ਜਿੱਥੇ ਮਰਜ਼ੀ ਬੈਠੀਏ, ਬੈਠਣ ਨਾਲ ਥੋੜਾ ਕੁਛ। ਕਾਲਾ ਭਾਂਡਾ ਪਿਆ ਨਾ ਹੋਵੇ ਪਿਆਰਿਓ, ਕੋਲੋਂ ਦੀ ਲੰਘਦੇ ਹੀ ਕਾਲਖ ਲੱਗ ਜਾਂਦੀ ਹੈ, ਭਾਵੇਂ ਕੋਲੇ ਬੈਠੀਏ ਤੇ ਭਾਵੇਂ ਨਾ ਬੈਠੀਏ। ਤੇ ਹੁਣ ਆ ਜਿਹੜੀ ਸੰਗਤ ਹੈ, ਮਹਾਂਪੁਰਖਾਂ ਦੀ ਸੰਗਤ ਹੈ, ਸਤਿਗੁਰਾਂ ਦੇ ਚਰਨਾਂ ਦੀ ਸੰਗਤ ਹੈ, ਇਸ ਦੀ ਸਤਿਗੁਰੂ ਜੀ ਬਾਣੀ 'ਚ ਸਾਨੂੰ ਰੋਜ਼ ਦ੍ਰਿੜ ਕਰਾ ਰਹੇ ਨੇ, ਰੋਜ਼ ਸਾਡੇ ਹਿਰਦਿਆਂ 'ਚ ਇਹ ਗੱਲ ਪੱਕੀ ਕਰ ਰਹੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹੈ।
ਭਾਗ ਜਾਗਦੇ ਆ ਨਾ, ਜਦੋਂ ਕਿਸਮਤ ਜਾਗਦੀ ਹੈ, ਆਸ ਭਾਗੇ ਸਮੇਂ ਐਵੇਂ ਬਾਜ਼ਾਰਾਂ ਚੋਂ ਮੁੱਲ ਨਹੀਂ ਮਿਲਦੇ। ਇੱਥੇ ਬੜਾ ਕੁਝ ਮੁੱਲ ਖਰੀਦਿਆ ਜਾ ਸਕਦਾ, ਬੜਾ ਕੁਝ ਕੀਮਤ ਦੇ ਕੇ ਖਰੀਦਿਆ ਜਾ ਸਕਦਾ ਹੈ, ਪਰ ਸਤ ਸੰਗ, ਬੰਦਗੀ, ਸੇਵਾ ਕਿਤੋਂ ਮੁੱਲ ਨਹੀਂ ਮਿਲਦੀ। ਬਾਜ਼ਾਰਾਂ ਚੋਂ ਬੜੀਆਂ ਮਹਿੰਗੀਆਂ ਵਸਤਾਂ ਖਰੀਦ ਕੇ ਅਸੀਂ ਮਾਣ ਕਰਦੇ ਹਾਂ, ਮੈਂ ਆਹ ਖਰੀਦ ਲਿਆ, ਮੈਂ ਉਹ ਖਰੀਦ ਲਿਆ। ਠੀਕ ਹੈ, ਦੁਨੀਆ ਵਿੱਚੋਂ ਬੜਾ ਕੁਝ ਖਰੀਦ ਲਵਾਂਗੇ, ਬਾਜ਼ਾਰਾਂ ਵਿੱਚੋਂ ਬੜਾ ਕੁਝ ਖਰੀਦ ਲਵਾਂਗੇ, ਬੜਾ ਕੁਝ ਮਿਲ ਜੇਗਾ, ਪਰ ਬੰਦਗੀ ਕਿਤੋਂ ਮੁੱਲ ਨਹੀਂ ਮਿਲਦੀ, ਸੇਵਾ ਕਿਤੋਂ ਮੁੱਲ ਨਹੀਂ ਮਿਲਦੀ। ਸੇਵਾ ਲਈ ਤੇ ਝੋਲੀਆਂ ਅੱਡਣੀਆਂ ਪੈਂਦੀਆਂ ਨੇ, ਸਿਮਰਨ ਲਈ ਤੇ ਝੋਲੀਆਂ ਅੱਡਣੀਆਂ ਪੈਂਦੀਆਂ ਨੇ, ਬੰਦਗੀ ਲਈ ਤਾਂ ਝੋਲੀਆਂ ਅੱਡਣੀਆਂ ਹੀ ਪੈਂਦੀਆਂ। ਇਹੋ ਹੀ ਕਹਿਣਾ ਪੈਂਦਾ, ਦਾਤਾ ਜੀ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਹੋ ਦਇਆਲ, ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ, ਕਿਰਪਾ ਕਰਿਓ। ਬਖਸ਼ੀ ਗੁਰ ਮੇਰੇ ਸੇਵਾ ਤੇ ਸਿਮਰਨ, ਬਖਸ਼ੀ ਗੁਰ ਮੇਰੇ ਸੇਵਾ ਤੇ ਸਿਮਰਨ ਸਾਨੂੰ, ਬਖਸ਼ੀ ਗੁਰ ਮੇਰੇ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰੇ ਸੇਵਾ ਤੇ ਸਿਮਰਨ ਮੈਨੂੰ। ਸੇਵਾ ਤੇ ਸਿਮਰਨ ਸਾਨੂੰ, ਸੇਵਾ ਤੇ ਸਿਮਰਨ ਸਾਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ। ਸੇਵਾ ਤੇ ਸਿਮਰਨ ਸਾਨੂੰ, ਸੇਵਾ ਤੇ ਸਿਮਰਨ ਸਾਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ। ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ, ਬਖਸ਼ੀ ਗੁਰ ਮੇਰਿਆ ਜੀ ਸੇਵਾ ਤੇ ਸਿਮਰਨ ਸਾਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ, ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਕਿਰਪਾ ਕਰਿਓ ਸਦਾ ਹੀ ਰੰਗਾਂ ਵਿੱਚ ਰੰਗੇ ਰਹੀਏ, ਤੇਰੇ ਭਾਣੇ ਵਿੱਚ ਰਹੀਏ, ਤੇਰੇ ਹੁਕਮ ਦੇ ਵਿੱਚ ਰਹੀਏ, ਐਸੀ ਕਿਰਪਾ ਕਰਦੇ ਹੋ। ਜਿਹੜਾ ਕੰਚਨ ਦੇ ਬਰਾਬਰ, ਸੋਨੇ ਦੇ ਬਰਾਬਰ ਮਹਿੰਗੀਆਂ ਤੋਂ ਮਹਿੰਗੀਆਂ ਵਸਤਾਂ ਚੁੱਕ ਕੇ ਲੈ ਜਾਓ ਬਾਜ਼ਾਰ ਦੇ ਵਿੱਚ, ਕਿਤੋਂ ਮੁੱਲ ਨਹੀਂ ਮਿਲਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਿਲੇਗਾ ਤਾਂ ਸਤਿਗੁਰ ਜੀ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਸਭ ਕੁਝ ਗੁਰੂ ਨੂੰ ਸੌਂਪ ਕੇ ਤਾਂ ਮੁੱਲ ਮਿਲਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰ ਸਾਡੇ ਕੋਲੇ ਤੇ ਨਜ਼ਰ ਮਾਰੀਏ ਅਸੀਂ ਆਪਣੀ ਆਪਣੀ ਜ਼ਿੰਦਗੀ ਵਿੱਚ, ਕਿਉਂਕਿ ਇਹ ਯਾਦਾਂ ਮਨਾਈਆਂ, ਇਹ ਮਹਾਂਪੁਰਖਾਂ ਦੇ ਪਿਆਰ ਵਿੱਚ ਜੁੜੇ। ਸਾਡੀ ਜ਼ਿੰਦਗੀ 'ਚ ਫਰਕ ਕੀ ਆਇਆ, ਤਬਦੀਲੀ ਕੀ ਆਈ, ਅਸੀਂ ਜ਼ਿੰਦਗੀ ਵਿੱਚ ਇਹ ਸਤ ਸੰਗਤ ਦੇ ਵਿੱਚੋਂ ਕੀ ਖਟਿਆ, ਕੀ ਪ੍ਰਾਪਤ ਕੀਤਾ। ਨਜ਼ਰ ਮਾਰਿਓ, ਇੰਨੇ ਦਿਨ ਸੰਗਤ ਹੋਈ, ਇੰਨੇ ਦਿਨ ਮਹਾਂਪੁਰਖਾਂ ਦੀ ਸੰਗਤ ਕੀਤੀ, ਗੁਰਮੁਖਾਂ ਕੋਲੋਂ ਗੁਰਬਾਣੀ ਵਿਚਾਰਾਂ ਸੁਣੀਆਂ, ਮਹਾਂਪੁਰਖਾਂ ਦੇ ਪਿਆਰ ਦੀਆਂ ਬਾਤਾਂ ਸੁਣੀਆਂ ਨੇ, ਤੇ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਕੀ ਆਈਆਂ, ਫਰਕ ਕੀ ਆਇਆ, ਕਿੱਥੋਂ ਕਿੱਥੇ ਤੱਕ ਪਹੁੰਚੇ ਆ।
ਆਤਮਿਕ ਅਵਸਥਾ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਜੀਵਨ ਵਿੱਚ ਫਰਕ ਪਿਆ ਕਿ ਨਹੀਂ ਪਿਆ। ਸੇਧ ਲੈਣੀ, ਕੁਝ ਸਿੱਖ ਕੇ ਜਾਣਾ, ਕੁਝ ਲੈ ਕੇ ਜਾਣਾ। ਝੋਲੀਆਂ ਅੱਡ ਕੇ ਆਏ ਆ, ਯਾਦਾਂ ਮਨਾ ਰਹੇ ਆ। ਬੜਾ ਵੱਡਾ ਹੈ ਇਸ ਜਾਗਣ ਦਾ ਮਹੱਤਵ। ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਸ਼ੁਕਰ ਕਰੀਏ ਦਾਤਾ ਜੀ, ਤੂੰ ਸਾਨੂੰ ਆਪਣੇ ਚਰਨਾਂ 'ਚ ਬੈਠ ਕੇ ਜਗਾ ਰਿਹਾ। ਵੇਖੋ ਅੱਜ ਕਿੰਨੇ ਲੋਕ ਨੇ ਹਸਪੀਟਲਾਂ ਵਿੱਚ ਬੈਠੇ ਜਾਗ ਰਹੇ ਹੋਣਗੇ, ਕਿੰਨੇ ਲੋਕ ਨੇ ਚੋਰੀ ਦੀ ਤਾੜ ਲਾ ਕੇ ਬੈਠੇ ਜਾਗ ਰਹੇ ਹੋਣਗੇ। ਸੰਸਾਰ ਜਾਗਦਾ ਹੈ, ਪਰ ਜਾਗਣ ਵਿੱਚ ਵੀ ਫਰਕ ਹੈ। ਮਹਾਰਾਜ ਕਹਿੰਦੇ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਰੱਬ ਦੀ ਵਡਿਆਈ 'ਚ ਜਾਗਣਾ, ਪਿਆਰੇ ਦੀ ਯਾਦ ਵਿੱਚ ਜਾਗਣਾ। ਜਿਸ ਪਿਆਰੇ ਸਿਉ ਨੇਹੋਂ ਪੜ ਰਹੇ ਸੀ, ਸੁਣ ਰਹੇ ਸੀ, ਜਿਸ ਪਿਆਰੇ ਸਿਉ ਨੇਹੋਂ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਉਹਨਾਂ ਦੇ ਨਾਲ ਪਿਆਰ ਹੈ, ਉਹਨਾਂ ਮਹਾਂਪੁਰਖਾਂ ਦੀ ਸੰਗਤ ਨਾਲ ਪਿਆਰ ਹੈ, ਉਹਨਾਂ ਦੇ ਅਸਥਾਨਾਂ ਨਾਲ ਪਿਆਰ ਹੈ, ਤੇ ਦਿਨ ਰਾਤ ਇੱਥੇ ਹਾਜ਼ਰੀਆਂ ਭਰ ਰਹੇ ਨੇ, ਦਰਸ਼ਨ ਮੇਲੇ ਕਰ ਰਹੇ ਨੇ। ਤੇ ਇਸ ਜਾਗਣ ਨੂੰ ਵੀ ਸਤਿਗੁਰੂ ਜੀ ਸਫਲ ਕਰਦੇ, ਇਸ ਜਾਗਣ ਨੂੰ ਵੀ ਤੁਹਾਡੀ ਝੋਲੀ ਵਿੱਚ ਇਸ ਜਾਗਣ ਦਾ ਵੀ ਫਲ ਪਾਉਂਦੇ ਆ। ਵੀ ਭਲਿਆ ਤੇਰਾ ਇੱਥੇ ਬੈਠ ਕੇ ਜਾਗਣਾ ਵਿਅਰਥ ਨਹੀਂ ਜਾਣਾ। ਪਤਤ ਪਾਵਨ ਹਰ ਵਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ। ਇੱਕ ਤੇਰੀ ਤਿਲ ਮਾਤਰ ਕੀਤੀ ਹੋਈ ਕਮਾਈ ਇੱਕ ਐਸਾ ਦਰ ਹੈ, ਇੱਕ ਐਸਾ ਘਰ ਹੈ ਜਿੱਥੇ ਬੈਠੇ ਆ। ਸੰਸਾਰ ਵਿੱਚ ਕਿਸੇ ਦੇ ਘਰ 2 ਘੰਟੇ 4 ਘੰਟੇ ਵੱਧ ਕੰਮ ਕਰਦੇ ਹੋ, ਅਗਲੇ ਨੇ ਥੋੜਾ ਬਹੁਤਾ ਵਡਿਆਈ ਕਰਕੇ ਸਾਨੂੰ ਵਡਿਆ ਲੈਣਾ। ਪਰ ਗੁਰੂ ਨਾਨਕ ਸਾਹਿਬ ਦੇ ਘਰ ਬੈਠੇ ਆ, ਰੱਬ ਦੇ ਘਰੇ ਬੈਠੇ ਆ, ਇਸ ਘਰ ਦੇ ਵਿੱਚ ਬੈਠਿਆਂ ਹੋਇਆਂ ਇੱਕ ਤਿਲ ਮਾਤਰ ਜਿਹੜਾ ਸਮਾਂ ਤੇ ਪਾਤਸ਼ਾਹ ਕਹਿੰਦੇ, ਉਹ ਵੀ ਮੈਂ ਤੇਰਾ ਬਿਰਥਾ ਨਹੀਂ ਜਾਣ ਦਿਆਂਗਾ। ਖੁਦ ਸਤਨਾਮ ਵਾਹਿਗੁਰੂ, ਉਹ ਵੀ ਸਫਲ ਹੋਏ। ਹੁਣ ਇੱਥੇ ਤੇ ਇੱਕ ਇੱਕ ਪਲ ਸਫਲ ਹੈ, ਤੇ ਇਹਨਾਂ ਸਫਲਤਾਈਆਂ ਦੇ ਵਿੱਚੋਂ ਅਸੀਂ ਜ਼ਿੰਦਗੀ ਨੂੰ ਸਫਲ ਕਰਨਾ, ਅਸੀਂ ਜੀਵਨ ਨੂੰ ਸਫਲ ਕਰਨਾ, ਅਸੀਂ ਇਸ ਜੀਵਨ ਦੇ ਮਨੋਰਥ ਨੂੰ ਸਫਲ ਕਰਨਾ, ਜਿਹੜਾ ਰੋਜ਼ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਬਰੀਆ। ਇਹ ਬਾਰੀ ਹੈ, ਇਹ ਮੌਕਾ ਹੈ, ਇਹ ਸਮਾਂ ਹੈ। ਕਿਵੇਂ ਮਿਲਿਆ ਜਾਏ? ਆਓ ਬਾਣੀ ਵਿੱਚੋਂ ਜਿਤਨਾ ਕੁ ਸਮਾਂ ਹੁਕਮ ਹੋਇਆ ਮਹਾਂਪੁਰਖਾਂ ਦਾ, ਕਬੀਰ ਸਾਹਿਬ ਦੇ ਇੱਕ ਪਿਆਰੇ ਬਚਨ ਨੂੰ ਆਪਾਂ ਥੋੜਾ ਵਿਚਾਰਨ ਦਾ ਯਤਨ ਕਰੀਏ। ਕਬੀਰ ਜੀ ਕਹਿੰਦੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਕਹਿੰਦੇ ਰੱਬ ਦੇ ਰਾਹ ਤੁਰਨਾ ਹੈ, ਰੱਬ ਵਰਗੇ ਬਣਨਾ ਹੈ। ਇਹ ਜ਼ਿੰਦਗੀ ਦੇ ਮਨੋਰਥ ਨੂੰ ਪੂਰੇ ਕਰਨ ਵਾਸਤੇ ਸੱਚਮੁੱਚ ਜ਼ਿੰਦਗੀ ਦੇ ਪੜਾਅ ਦਰ ਪੜਾਅ ਚੱਲ ਕੇ ਇੱਕ ਦਿਨ ਰੱਬ ਵਰਗਾ ਹੋਣਾ ਹੀ ਪੈਣਾ। ਨਹੀਂ ਹੋਵਾਂਗੇ ਤੇ ਜਨਮਾਂ ਜਨਮਾਂ ਦੇ ਚੱਲਦੇ ਆ ਰਹੇ ਆ, ਚੱਲਦੇ ਰਵਾਂਗੇ। ਇਸ ਪੈਂਡੇ ਨੂੰ ਮੁਕਾਉਣ ਵਾਸਤੇ ਉਸ ਵਰਗੀ ਹੋਣਾ ਪੈਣਾ। ਕਬੀਰ ਸਾਹਿਬ ਕਹਿੰਦੇ, ਜਦੋਂ ਤੁਰੇ ਆ ਤੇ ਪਹਿਲੀ ਅਵਸਥਾ ਕੀ ਹੈ? ਕਹਿੰਦੇ ਉਦਾਹਰਣ ਦਿੱਤੀ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੀ ਮਿਲੇ ਭਗਵਾਨ। ਕਹਿੰਦੇ ਜੇ ਰੱਬ ਦੇ ਰਾਹ ਤੁਰੇ ਆ, ਸੰਗਤ ਕਰਨ ਲਈ ਤੁਰੇ ਆ, ਇੰਨੀ ਕੁ ਨਿਮਰਤਾ ਲਿਆ। ਕਹਿੰਦੇ ਜਿੰਨੀ ਕੁ ਨਿਮਰਤਾ ਇੱਕ ਰਸਤੇ ਵਿੱਚ ਪਏ ਵੱਟੇ ਵਿੱਚ ਹੋਵੇਗੀ, ਇੰਨੀ ਕੁ ਨਿਮਰਤਾ ਲਿਆ ਜਿੰਨੀ ਕੁ ਇੱਕ ਰਸਤੇ ਵਿੱਚ ਪਏ ਰੋੜੇ ਵਿੱਚ ਹੋਵੇ। ਆ ਰਾਹ ਤੇ ਤੁਰੇ ਆ, ਐਵੇਂ ਨਹੀਂ ਯਾਦਾਂ ਮਨਾਈਆਂ ਜਾਂਦੀਆਂ, ਐਵੇਂ ਨਹੀਂ ਏਡੀਆਂ ਵੱਡੀਆਂ ਕਮਾਈਆਂ ਦੇ ਮਾਲਕ ਬਣਿਆ ਜਾਂਦਾ। ਬੜਾ ਕੁਛ, ਬੜੇ ਜ਼ਿੰਦਗੀ ਦੇ ਵਿੱਚ ਉਹਨਾਂ ਪੜਾਵਾਂ ਨੂੰ ਹੰਢਾਇਆ, ਕਮਾਈਆਂ ਕੀਤੀਆਂ। ਕਹਿੰਦੇ ਰੋੜਾ ਬਣ ਜਾਓ। ਪਰ ਹੁਣ ਜਦੋਂ ਵੇਖਿਆ ਵੀ ਜੇ ਰੋੜਾ ਬਣ ਗਏ ਤਾਂ ਆਉਣ ਜਾਣ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਠੋਕਰ ਬਣ ਕੇ ਵੱਜਣੀ ਸ਼ੁਰੂ ਕਰ ਦਿਆਂਗੇ। ਕੀ ਫਾਇਦਾ ਰੋੜਾ ਬਣਿਆ ਦਾ ਜਿਹੜਾ ਕਿਸੇ ਚੱਲਦੇ ਹੋਏ ਰਾਹੀ ਨੂੰ ਦੁੱਖ ਦੇ ਦੇ। ਰੋੜਾ ਹੁਆ ਤਾਂ ਕਿਆ ਪਿਆ, ਪੰਖੀ ਕੋ ਦੁੱਖ ਦੇ। ਕਹਿੰਦੇ ਰੋੜਾ ਬਣ ਕੇ ਗੱਲ ਨਹੀਂ ਬਣੀ, ਆਉਣ ਜਾਣ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਠੋਕਰਾਂ ਬਣ ਕੇ ਵੱਜਣਾ ਸ਼ੁਰੂ ਹੋ ਗਿਆ, ਪੈਰਾਂ ਵਿੱਚ ਵੱਜਣਾ ਸ਼ੁਰੂ ਹੋ ਗਿਆ। ਇਸ ਕਰਕੇ ਰੋੜੇ ਤੇ ਆ ਕੇ ਗੱਲ ਨਹੀਂ ਮੁੱਕਣੀ। ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਐਸਾ ਕੋਈ ਦਾਸ ਜਿਉ ਧਰਨੀ ਮੈਂ ਖੇ। ਫਿਰ ਕਹਿੰਦੇ ਅਗਲੀ ਅਵਸਥਾ ਕੀ ਹੈ?
ਐਸਾ ਬਣਾ ਲੈ ਆਪਣੇ ਮਨ ਨੂੰ, ਇਸ ਅਵਸਥਾ ਵਿੱਚ ਲੈ ਜਾ ਜਿਵੇਂ ਰਸਤੇ ਵਿੱਚ ਪਈ ਹੋਈ ਮਿੱਟੀ ਹੈ, ਖੇ ਹੈ, ਬਿਲਕੁਲ ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ। ਰੋੜੇ ਅੰਦਰ ਵੀ ਪਹਿਲਾਂ ਮਾਣ ਮਿਟਦਾ, ਹੰਕਾਰ ਮਿਟਦਾ, ਕਿਉਂਕਿ ਜੋ ਮਰਜ਼ੀ ਠੇਡਾ ਮਾਰ ਦੇਵੇ ਉਹਨੇ ਕੁਝ, ਪਰ ਕਿਤੇ ਨਾ ਕਿਤੇ ਜਾ ਕੇ ਠੋਕਰ ਵੱਜ ਜਾਂਦਾ ਹੈ, ਠੋਕਰ ਬਣ ਜਾਂਦਾ ਹੈ। ਕਹਿੰਦੇ ਮਿੱਟੀ ਦੀ ਢੇਰੀ ਹੋ ਜਾ, ਐਸੀ ਅਵਸਥਾ ਵਿੱਚ ਚਲਿਆ ਜਾ ਜਿਵੇਂ ਮਿੱਟੀ ਹੰਕਾਰ ਨਹੀਂ ਕਰਦੀ, ਮਾਣ ਨਹੀਂ ਕਰਦੀ, ਧਰਤੀ ਦੇ ਉੱਤੇ ਵਿਛ ਜਾਂਦੀ ਹੈ। ਕਹਿੰਦੇ ਤੂੰ ਵੀ ਵਿਛ ਜਾ। ਪਰ ਕਿਤੇ ਨਾ ਕਿਤੇ ਉੱਥੇ ਵੀ ਜਾ ਕੇ ਕਮੀ ਨਜ਼ਰ ਆ ਗਈ। ਖੇ ਹੋਈ ਤਾਂ ਕਿਆ ਭਇਆ, ਜਾਓ ਉੱਡ ਲੱਗੈ ਅੰਗ। ਹਨੇਰੀ ਆਉਂਦੀ ਹੈ, ਹਵਾ ਆਉਂਦੀ ਹੈ, ਮਿੱਟੀ ਨੂੰ ਉਡਾ ਕੇ ਕਿਸੇ ਦੇ ਅੰਗ ਲੱਗਦੀ ਹੈ, ਕਿਸੇ ਦੇ ਕੱਪੜਿਆਂ ਨੂੰ ਲੱਗਦੀ ਹੈ, ਕਿਸੇ ਦੀਆਂ ਅੱਖਾਂ 'ਚ ਪੈ ਜਾਂਦੀ ਹੈ। ਤਕਲੀਫ ਤਾਂ ਦੇ ਹੀ ਰਹੀ ਹੈ। ਤਕਲੀਫ ਦੇਣ ਵਾਲਾ ਪਿਆਰਾ ਨਹੀਂ ਹੋ ਸਕਦਾ, ਤਕਲੀਫ ਦੇਣ ਵਾਲਾ ਰੱਬ ਵਰਗਾ ਨਹੀਂ ਹੋ ਸਕਦਾ। ਮਿੱਟੀ ਬਣ ਕੇ ਵੀ ਕਿਸੇ ਦੀਆਂ ਅੱਖਾਂ 'ਚ ਪੈ ਰਹੇ ਆ, ਮਿੱਟੀ ਬਣ ਕੇ ਵੀ ਕਿਸੇ ਦੇ ਕੱਪੜਿਆਂ ਨੂੰ ਮੈਲੇ ਕਰ ਰਹੇ ਆ, ਕਿਸੇ ਦੇ ਅੰਗਾਂ ਨੂੰ ਮੈਲੇ ਕਰ ਰਹੇ ਆ। ਨਹੀਂ ਭਾਈ, ਖੇ ਹੋਈ ਤਾਂ ਕਿਆ ਭਇਆ, ਜਾਓ ਉੱਡ ਲਾਂਘੈ ਅੰਗ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਫਿਰ ਪਾਣੀ ਵਰਗਾ ਬਣ ਜਾ। ਜੇ ਮਿੱਟੀ ਮੈਲ ਬਣ ਕੇ ਲੱਗ ਸਕਦੀ ਹੈ ਤੇ ਫਿਰ ਤੂੰ ਉਜਲਾ ਹੋ ਜਾ, ਪਾਣੀ ਵਰਗਾ ਬਣ ਜਾ। ਤੇਰੇ ਅੰਦਰ ਪਾਣੀ ਵਰਗੇ ਗੁਣ ਪੈਦਾ ਹੋ ਜਾਣ, ਜਲ ਵਰਗੇ ਗੁਣ ਪੈਦਾ ਹੋ ਜਾਣ, ਜਿਹੜਾ ਸਾਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ। ਬੜੀ ਚੰਗੀ ਗੱਲ ਹੈ, ਪਾਣੀ ਵਰਗੇ ਗੁਣ ਸਾਡੇ ਜੀਵਨ 'ਚ ਆ ਜਾਣ, ਜ਼ਿੰਦਗੀ 'ਚ ਆ ਜਾਣ, ਬੜਾ ਪਿਆਰਾ ਹੈ। ਪਰ ਜਦੋਂ ਨਜ਼ਰ ਮਾਰੀ, ਕਹਿੰਦੇ ਪਾਣੀ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਫਿਰ ਕਮੀ ਨਜ਼ਰ ਆ ਗਈ। ਕਮੀ ਕੀ ਆਈ? ਕਹਿੰਦੇ ਪਾਣੀ ਦੇ ਉੱਤੇ ਵੀ ਸੰਗਤ ਦਾ ਅਸਰ ਹੋ ਜਾਂਦਾ ਹੈ। ਜਿਹੋ ਜੀ ਸੰਗਤ ਕਰਦਾ ਹੈ ਨਾ ਪਾਣੀ, ਉਹੋ ਜਿਹਾ ਰੂਪ ਧਾਰਨ ਕਰ ਲੈਂਦਾ ਹੈ। ਅੱਗ ਤੇ ਰੱਖ ਦਿਓ, ਉਵਾਲੇ ਖਾਣ ਲੱਗ ਜਾਏਗਾ। ਜੇ ਇਹਨੂੰ ਫ੍ਰਿਜ ਦੇ ਵਿੱਚ ਲਾ ਦਿਓ, ਬਰਫ਼ ਦੇ ਵਿੱਚ ਲਾ ਦਿਓ, ਤੇ ਇਹ ਬਰਫ਼ ਦਾ ਰੂਪ ਧਾਰਨ ਕਰ ਲੈਂਦਾ। ਭਾਵ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਕਦੇ ਠੰਡਾ ਹੋ ਗਿਆ, ਕਦੇ ਗਰਮ ਹੋ ਗਿਆ। ਇਹਦਾ ਵੀ ਸੁਭਾਅ ਰੱਬ ਵਰਗਾ ਨਹੀਂ ਬਣਿਆ। ਫਿਰ ਕਹਿੰਦੇ ਕਿਹੋ ਜੇ ਬਣੀਏ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰ ਜਨ ਐਸਾ ਚਾਹੀਏ, ਹਰ ਜਨ ਐਸਾ ਚਾਹੀਏ, हर जन ऐसा चाहिए, हर जन ऐसा चाहिए। हाँ जी, हर जन ऐसा चाहिए, हर जन ऐसा चाहिए जी। हर जन ऐसा चाहिए, हर जन ऐसा चाहिए। जैसा हर ही होए, जैसा हर ही होए, जैसा हर ही होए, जैसा हर ही होए। जैसा हर ही होए, 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 जैसा हर ही होए। हाँ जी, हर जन ऐसा चाहिए, हर जन ऐसा चाहिए जी। हर जन ऐसा चाहिए, हर जन ऐसा चाहिए। पानी हुआ ता क्या भया, सीरा ताता होए। हर जन ऐसा चाहिए जैसा हर ही होए, हर ही होए। रब दे प्यारे विच ते रब विच कोई फर्क नहीं रह जाता।
ਸੰਖੇਪ ਰੂਪ ਵਿੱਚ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਵੱਲ ਵਧਾਂ। ਸੰਗਤ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ। ਬੜਾ ਪਿਆਰਾ ਗੁਰੂ ਕਾ ਸਿੱਖ ਹੈ ਭਾਈ ਅਦਲੀ ਜੀ। ਨਾਮ ਜਪਣ ਵਾਲੀ ਰੂਹ ਹੈ, ਬੰਦਗੀ ਕਰਨ ਵਾਲੀ ਰੂਹ ਹੈ। ਅੰਮ੍ਰਿਤ ਵੇਲਾ ਹੋਣਾ, ਨਾਮ ਜਪਣਾ, ਬਾਣੀ ਪੜ੍ਹਨੀ, ਕਿਉਂਕਿ ਸਤਿਗੁਰਾਂ ਦਾ ਸਾਡੀ ਜ਼ਿੰਦਗੀ ਦੇ ਲਈ ਇੱਕ ਬੜਾ ਇਲਾਹੀ ਫਰਮਾਨ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੈ, ਅੰਮ੍ਰਿਤ ਸਰਨ ਆਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਡਿਗਰੀ ਹੈ ਨਾ ਜਿਹੜੀ, ਇਹ ਬੰਦਗੀ ਦੀ। ਤੇ ਗੁਰਮੁਖ ਪਿਆਰਿਓ, ਭਾਗਾਂ ਵਾਲਿਆਂ ਦੇ ਹਿੱਸੇ ਆਈ ਹੈ। ਹੁਣ ਭਾਈ ਅਦਲੀ ਜੀ ਦਾ ਨਿਤ ਦਾ ਹੀ ਇਹ ਨੇਮ ਹੈ, ਕਿਉਂਕਿ ਬਾਣੀ ਦਾ ਬਚਨ ਹੈ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ RAM ਪਿਆਰੇ। ਅੱਜ ਸਾਡੇ ਕੋਲੇ ਜਾਗਣਾ, ਸਾਡੇ ਕੋਲੇ ਸਤ ਸੰਗਤ ਵਿੱਚ ਆਉਣਾ ਟਾਈਮ ਨਹੀਂ ਜੀ, ਵਕਤ ਨਹੀਂ ਹੈ। ਭਾਗਾਂ ਵਾਲਿਓ ਜਿਹੜੇ ਜੁੜ ਬੈਠੇ, ਨਹੀਂ ਤੇ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਕੋਈ ਕਰਮ ਨੇ, ਕੋਈ ਭਾਗ ਨੇ ਜਿਹੜੇ ਸਾਨੂੰ ਇੱਥੇ ਤੱਕ ਆਉਣ ਨਹੀਂ ਦਿੰਦੇ, ਇੱਥੋਂ ਹੀ ਦੂਰ ਰੱਖਦੇ। ਪਰ ਇੱਕ ਉਹ ਭਾਗ ਨੇ ਜਿਹੜੇ ਸਾਨੂੰ ਆ ਚਰਨਾਂ ਵਿੱਚ ਲੈ ਆਏ ਨੇ, ਜਿੱਥੇ ਆ ਕੇ ਅਸੀਂ ਨਿਤ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ, ਸਰਬੱਤ ਦਾ ਹੀ ਭਲਾ ਮੰਗਦੇ, ਸੰਸਾਰ ਦਾ ਹੀ ਭਲਾ ਮੰਗਿਆ ਜਾਂਦਾ। ਤੇ ਗੁਰਮੁਖ ਪਿਆਰਿਓ, ਭਾਈ ਅਦਲੀ ਜੀ ਦਾ ਨੇਮ ਅੰਮ੍ਰਿਤ ਵੇਲੇ ਜਾਗਣਾ, ਜਾ ਕੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਨਾ, ਕਿਨਾਰੇ ਬੈਠ ਕੇ ਬੰਦਗੀ ਕਰਨਾ, ਨਾਮ ਜਪਣਾ, ਸਿਮਰਨ ਕਰਨਾ। ਇੱਕ ਦਿਨ ਦੀ ਘਟਨਾ ਹੈ ਕਿ ਕੁਝ ਪਸ਼ੂਆਂ ਨੂੰ, ਮੱਝਾਂ ਗਾਵਾਂ ਨੂੰ ਅੱਗੇ ਲਾ ਕੇ ਉਹ ਸਮੇਂ ਦੇ ਵਿੱਚ ਕੋਈ ਆਇਆ। ਇਤਿਹਾਸ ਵਿੱਚ ਨਾਮ ਅੱਜ ਅਸੀਂ ਬੜੇ ਸਤਿਕਾਰ ਨਾਲ ਲੈਂਦੇ ਹਾਂ, ਭਾਈ ਸਾਹਿਬ ਭਾਈ ਵਿਧੀ ਚੰਦ ਜੀ। ਤੇ ਗੁਰਮੁਖ ਪਿਆਰਿਓ, ਪਹਿਲਾ ਜੀਵਨ ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਅੱਜ ਅਸੀਂ ਉਹ ਜੀਵਨ ਵੱਲ ਝਾਤ ਮਾਰੀਦੀ ਹੈ, ਪਿਛਲੇ ਜੀਵਨ ਵੱਲ ਬਹੁਤੀਆਂ ਨਜ਼ਰਾਂ ਮਾਰਦੇ ਹਾਂ। ਜੇ ਕੋਈ ਆਉਣ ਵੀ ਲੱਗ ਜੇ ਇਹਨਾਂ ਤੇ, ਕਈ ਵਾਰ ਅਸੀਂ ਇਹੋ ਜੀਆਂ ਗੱਲਾਂ ਕਰਦੇ ਹਾਂ ਕਿ ਅਗਲਾ ਆਉਣਾ ਬੰਦ ਕਰ ਦਿੰਦਾ। ਸੰਗਤ ਨਾਲੋਂ ਕਈ ਵਾਰ ਅਸੀਂ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਅਗਲੇ ਨੂੰ ਤੋੜ ਕੇ ਰੱਖ ਦਿੰਦੇ ਹਾਂ। ਕੋਈ ਜੁੜਿਆ ਨਾ ਤੇ ਜੁੜਿਆ ਰਹਿਣ ਦੀ, ਜੇ ਕੋਈ ਤੁਰਿਆ ਤੇ ਤੁਰਿਆ ਰਹਿਣ ਦੀਏ। ਇਹ ਨਾ ਕਹੀਏ ਵੀ ਇਹ ਕੱਲ ਸ਼ਰਾਬ ਪੀਂਦਾ ਸੀ, ਇਹ ਕੱਲ ਨਸ਼ੇ ਕਰਦਾ ਸੀ, ਕੱਲ ਆਹ ਕਰਦਾ ਸੀ, ਅੱਜ ਇਹ ਕਿਵੇਂ। ਨਹੀਂ ਭਾਈ, ਜ਼ਿੰਦਗੀ ਦੇ ਕਿਸੇ ਵਕਤ ਦਾ ਪਤਾ ਨਹੀਂ, ਪਲ ਦਾ ਪਤਾ ਨਹੀਂ, ਕਦੋਂ ਪਲਟਾ ਖਾ ਜਾਂਦੀ ਹੈ, ਕਦੋਂ ਭਾਗ ਜਾਗ ਪੈਂਦੇ ਨੇ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਪ੍ਰਵਾਨ ਗਣੀ ਸਈਏ, ਆਏ ਸਫਲ ਤਿਨਾ ਕੇ ਕੰਮ। ਜ਼ਿੰਦਗੀ ਦੇ ਉਸ ਪੱਖ ਨੂੰ ਵੇਖੀਏ ਜਿਹੜਾ ਕੋਈ ਚੰਗਾ ਜਿਉਣ ਦਾ ਯਤਨ ਕਰਦਾ ਹੈ, ਸੇਵਾ ਸਿਮਰਨ ਕਰਨ ਦਾ ਯਤਨ ਕਰਦਾ ਹੈ, ਸਗੋਂ ਅੱਗੇ ਲਾਈਏ। ਜੇ ਕੋਈ ਆਇਆ ਜੋੜੀਏ, ਕਿਉਂਕਿ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਹੁਣ ਆਇਆ ਵਿਧੀ ਚੰਦ, ਪਿੰਡ ਵਾਲੇ ਜਾਗ ਪਏ, ਮੱਝਾਂ ਗਾਵਾਂ ਚੋਰੀ ਕਰਕੇ ਦੌੜਿਆ, ਪਿੱਛੇ ਡਾਂਗਾਂ ਲੈ ਕੇ ਸੋਢੇ ਲੈ ਕੇ ਆ ਰਹੇ ਨੇ। ਫੜ ਲਓ, ਮਾਰ ਦਿਓ, ਰੌਲਾ ਪੈਂਦਾ ਆ ਰਿਹਾ। ਅੱਜ ਜਾਨ ਬਚਾਉਂਦਿਆਂ ਭਾਈ ਵਿਧੀ ਚੰਦ ਉਸ ਪਾਸੇ ਆ ਗਏ ਜਿੱਥੇ ਭਾਈ ਬਾਬਾ ਅਦਲੀ ਬੈਠੇ, ਨਾਮ ਜਪ ਰਹੇ ਨੇ, ਅੰਮ੍ਰਿਤ ਵੇਲਾ ਹੋਣ ਵਾਲਾ, ਬੰਦਗੀ ਕਰ ਰਹੇ ਨੇ। ਜਦੋਂ ਕੋਲ ਆਏ, ਆ ਕੇ ਬਸ ਇੱਕੋ ਹੀ ਗੱਲ ਆਖੀ, ਬਾਬਾ ਜੀ ਅੱਜ ਮੈਨੂੰ ਬਚਾ ਲਵੋ। ਆਖੋ ਸਤਨਾਮ ਵਾਹਿਗੁਰੂ। ਬਾਬਾ ਜੀ ਅੱਜ ਮੈਨੂੰ ਬਚਾ ਲਵੋ। ਭਾਈ ਅਦਲੀ ਜੀ ਨੇ ਨੇਤਰ ਖੋਲੇ, ਵੇਖਿਆ ਘਬਰਾਇਆ ਹੋਇਆ, ਪੁੱਛਿਆ ਕੌਣ ਹੈ ਭਾਈ, ਕੀ ਹੋਇਆ? ਕਹਿੰਦਾ ਜੀ ਸੱਚ ਦੱਸਾਂ, ਮੈਂ ਹੈ ਤੇ ਚੋਰ ਹਾਂ, ਮੱਝਾਂ ਚੋਰੀ ਕਰਕੇ ਦੌੜਿਆ, ਪਰ ਅੱਜ ਪਿੰਡ ਵਾਲਿਆਂ ਮੈਨੂੰ ਨਹੀਂ ਛੱਡਣਾ ਜੇ ਤੁਸੀਂ ਮੈਨੂੰ ਨਾ ਬਚਾਇਆ, ਮੈਨੂੰ ਮਾਰ ਦੇਣਗੇ, ਕੁੱਟ ਦੇਣਗੇ। ਭਾਈ ਅਦਲੀ ਜੀ ਨੇ ਇੱਕ ਵਾਅਦਾ ਜ਼ਰੂਰ ਕਰਾਇਆ, ਕਹਿੰਦੇ ਅੱਜ ਬਚਾ ਲਵਾਂਗਾ, ਰੋਜ਼-ਰੋਜ਼ ਕੌਣ ਬਚਾਏਗਾ। ਇਹਦੇ ਨਾਲੋਂ ਚੰਗਾ ਐਸੇ ਕੰਮ ਹੀ ਨਾ ਕਰੀਏ, ਇਹਦੇ ਨਾਲੋਂ ਚੰਗਾ ਐਸੇ ਰਾਹ ਤੇ ਹੀ ਨਾ ਤੁਰੀਏ ਜਿਹੜੇ ਰਾਹ ਤੁਹਾਨੂੰ
ਦੁਖੀ ਕਰਦੇ ਹੋਣ। ਫਰੀਦਾ ਜਿੰਨੀ ਕਮੀ ਨਾਹੀ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ। ਦਰਬਾਰ ਐਸੇ ਕੰਮ ਹੀ ਨਾ ਕਰਿਓ ਭਾਈ, ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਮਾੜੇ ਕੰਮ ਨਾ ਕਰੀ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋ ਜੂਗਾ। ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ। ਦਰਬਾਰ ਸ਼ਰਮਿੰਦਾ ਨਾ ਹੋਣਾ ਪਵੇ, ਸਹੀ ਰਾਹ ਤੇ ਤੁਰੀਏ। ਕਿਸੇ ਨੂੰ ਲੇਖਾ ਨਹੀਂ ਦੇਣਾ ਪੈਂਦਾ, ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ। ਜਿਸ ਦਿਨ ਜ਼ਿੰਦਗੀ ਮਾੜਾ ਕਰ ਲਵੇ ਤੇ ਉਸੇ ਦਿਨ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਹੀ ਦੇਣਾ ਔਖਾ ਹੋ ਜਾਂਦਾ ਹੈ। ਚੰਗੀ ਤਰ੍ਹਾਂ ਬੰਦਾ ਸੌਂ ਵੀ ਨਹੀਂ ਸਕਦਾ। ਮਾੜੇ ਕੰਮ ਨੇ ਜਿਹੜੇ, ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਮਾੜੇ ਰਾਹ ਤੇ ਤੋਰਨਾ, ਤਬਾਹ ਕਰ ਦੇਣਾ। ਸੁੱਖ ਖੋਹ ਲੈਣੇ, ਆਰਾਮ ਖੋਹ ਲੈਣਾ, ਉਹ ਆਨੰਦ ਖੋਹ ਲੈਣਾ ਜ਼ਿੰਦਗੀ ਦਾ, ਜਿਹੜਾ ਗੁਰੂ ਦੇ ਚਰਨਾਂ ਚੋਂ ਆ ਕੇ ਮਿਲਿਆ। ਅੱਜ ਕਿਹਾ ਬਾਬਾ ਜੀ ਅੱਜ ਬਚਾ ਲਓ, ਅੱਗੇ ਤੋਂ ਕਹਿੰਦੇ ਵਾਅਦਾ ਕਰ ਵੀ ਅੱਜ ਤੇ ਬਚਾ ਲਾਂਗਾ, ਕੱਲ ਪਰਸੋਂ ਕੌਣ ਮਿਲੇਗਾ, ਕੌਣ ਬਚਾਏਗਾ। ਇਸ ਕਰਕੇ ਭਾਈ ਐਸੇ ਕੰਮ ਹੀ ਨਾ ਕਰ ਜਿਹੜਾ ਰੋਜ਼-ਰੋਜ਼ ਤੈਨੂੰ ਬਚਣਾ ਪਵੇ, ਰੋਜ਼-ਰੋਜ਼ ਕਿਸੇ ਕੋਲੇ ਆ ਕੇ ਮਿੰਨਤਾਂ ਤਰਲੇ ਕਰਨੇ ਪੈਣ। ਕਹਿੰਦਾ ਬਾਬਾ ਜੀ ਅੱਜ ਬਚਾ ਲਓ, ਸੱਚ ਕਹਿਣਾ ਅੱਜ ਤੋਂ ਬਾਅਦ ਮਾੜਾ ਕੰਮ ਨਹੀਂ ਕਰਾਂਗਾ। ਆਖੋ ਸਤਨਾਮ ਵਾਹਿਗੁਰੂ। ਅੱਜ ਤੋਂ ਬਾਅਦ ਮਾੜਾ ਕੰਮ ਨਹੀਂ ਕਰਾਂਗਾ। ਕਹਿੰਦੇ ਠੀਕ ਹੈ। ਕੋਲ ਬਿਠਾ ਲਿਆ, ਨਾਲ ਬਿਠਾ ਲਿਆ ਵਿਧੀ ਚੰਦ, ਬੈਠ, ਜਿਵੇਂ ਅਸੀਂ ਚੌਂਕੜਾ ਲਾ ਕੇ ਬੈਠੇ ਆ ਤੂੰ ਵੀ ਬੈਠ। ਭਾਈ ਅਦਲੀ ਜੀ ਨੇ ਆਪਣੇ ਵਾਂਗ ਬਿਠਾਏ। ਆਪਣੇ ਕੋਲ ਸੀ ਚਾਦਰ, ਬਸ ਉਹ ਚਾਦਰ ਪਾ ਦਿੱਤੀ। ਕਹਿੰਦੇ ਆ ਉੱਪਰ ਲੈ ਕੇ ਆਰਾਮ ਨਾਲ ਨੀਵੀਂ ਪਾ ਕੇ ਜਿਵੇਂ ਜਿਵੇਂ ਮੈਂ ਅੱਗੇ ਬੋਲੀ ਜਾਵਾਂ ਤੇ ਪਿੱਛੇ ਪਿੱਛੇ ਬੋਲੀ ਜਾਏ। ਅੱਗੇ ਅੱਗੇ ਸਿਮਰਨ ਹੋਇਆ, ਨਾਲ ਨਾਲ ਬਾਬਾ ਵਿਧੀ ਚੰਦ ਨੇ ਸਿਮਰਨ ਕੀਤਾ। ਅੱਗੇ ਅੱਗੇ ਬਾਣੀ ਦੇ ਬੋਲ ਪੜ੍ਹੇ, ਨਾਲ ਨਾਲ ਬਾਬਾ ਵਿਧੀ ਚੰਦ ਪੜ੍ਹਦੇ। ਇੰਨੇ ਵਿੱਚ ਪਿੰਡ ਵਾਲੇ ਆਏ, ਆਲੇ ਦੁਆਲੇ ਵੇਖਿਆ, ਮੱਝਾਂ ਪਾਣੀ ਵਿੱਚ ਗਾਵਾਂ ਬੈਠੀਆਂ, ਸਾਰਿਆਂ ਆਪਣੀਆਂ ਆਪਣੀਆਂ ਪਛਾਣ ਲਈਆਂ। ਕਹਿੰਦੇ ਚੋਰ ਕਿੱਧਰ ਭੱਜ ਗਿਆ। ਕੋਲ ਆਏ, ਆਵਾਜ਼ ਆ ਰਹੀ ਸੀ ਬਾਣੀ ਪੜ੍ਹਦਿਆਂ ਦੀ, ਆਵਾਜ਼ ਆ ਰਹੀ ਸੀ ਨਾਮ ਜਪਦਿਆਂ ਦੀ। ਕੋਲ ਆਏ, ਆ ਕੇ ਪੁੱਛਿਆ, ਕਹਿੰਦੇ ਬਾਬਾ ਜੀ ਸਾਡੀਆਂ ਮੱਝਾਂ ਚੁਰਾ ਕੇ ਚੋਰ ਆਇਆ, ਤੁਸੀਂ ਵੇਖਿਆ? ਬਾਬਾ ਅਦਲੀ ਜੀ ਜਦੋਂ ਦੁਬਾਰਾ ਪੁੱਛਿਆ, ਕਹਿੰਦੇ ਬਾਬਾ ਜੀ ਸਾਡਾ ਇੱਕ ਚੋਰ ਇੱਧਰ ਨੂੰ ਆਇਆ, ਤੁਸੀਂ ਵੇਖਿਆ? ਬਾਬਾ ਅਦਲੀ ਜੀ ਕਹਿੰਦੇ ਵੇਖਿਆ। ਆਖੋ ਸਤਨਾਮ ਵਾਹਿਗੁਰੂ। ਕਹਿੰਦੇ ਵੇਖਿਆ। ਬਾਬਾ ਵਿਧੀ ਚੰਦ ਦੇ ਬੈਠੇ ਬੈਠੇ ਡਰਦੇ ਵੀ ਬਾਬੇ ਨੇ ਤੇ ਕਿਹਾ ਸੀ ਬਚਾਵਾਂਗਾ, ਤੇ ਅੱਜ ਬਾਬਾ ਜੀ ਤੇ ਆਪ ਇਹ ਤੇ ਕਹਿ ਰਹੇ ਹਾਂ ਵੇਖਿਆ। ਹੁਣ ਕਿਤੇ ਇਹ ਨਾ ਕਹਿ ਦੇਣ ਵੀ ਆ ਬੈਠਾ। ਆਖੋ ਸਤਨਾਮ। ਡਰ ਜ਼ਰੂਰ ਹੈ,
ਤਾਂ ਉਸ ਵੇਲੇ ਬਾਬਾ ਅਦਲੀ ਜੀ ਕਹਿਣ ਲੱਗੇ, ਕਹਿੰਦੇ ਵੇਖਿਆ ਜ਼ਰੂਰ ਹੈ, ਇੱਥੋਂ ਤੱਕ ਆਇਆ ਹੈ, ਪਰ ਇੱਥੋਂ ਅੱਗੇ ਜਾਂਦਾ ਨਹੀਂ ਵੇਖਿਆ। ਆਖੋ ਸਤਨਾਮ। ਵਾਹਿਗੁਰੂ। ਇੱਥੇ ਤੱਕ ਤੁਹਾਡਾ ਚੋਰ ਜ਼ਰੂਰ ਆਇਆ, ਪਰ ਇੱਥੋਂ ਜਾਂਦਾ ਨਹੀਂ ਵੇਖਿਆ। ਜ਼ਿੰਦਗੀ ਬਦਲ ਦਿੱਤੀ। ਚੋਰ ਤੋਂ ਸਤਸੰਗੀ ਬਣਾ ਲਿਆ, ਨਾਮ ਜਪਣ ਵਾਲਾ ਬਣਾ ਲਿਆ। ਇੱਕ ਗੁਰਸਿੱਖ ਦੀ, ਬਾਬਾ ਅਦਲੀ ਜੀ ਦੀ ਸੰਗਤ ਕਰਕੇ, ਨਾਮ ਜਪਣ ਵਾਲੇ ਦੀ ਸੰਗਤ ਕਰਕੇ, ਫਿਰ ਬਾਬਾ ਵਿਧੀ ਚੰਦ ਦਾ ਨਾਂ ਅੱਜ ਇਤਿਹਾਸ ਵਿੱਚ ਕਿੰਨੇ ਸਤਿਕਾਰ ਨਾਲ ਲਿਆ ਜਾਂਦਾ। ਦਲ ਚੱਲ ਰਿਹਾ ਹੈ ਬਾਬਾ ਵਿਧੀ ਚੰਦ ਦਾ, ਸੰਸਥਾ ਚੱਲ ਰਹੀ ਹੈ ਉਹਨਾਂ ਦੇ ਨਾਂ ਤੇ। ਅੱਜ ਵੀ ਉਹਨਾਂ ਦੇ ਅੱਗੇ ਦੀ ਅੱਗੇ ਮਹਾਂਪੁਰਖ ਪੀੜ੍ਹੀ ਦਰ ਪੀੜ੍ਹੀ ਸੰਤ ਬਾਬਾ ਅਵਤਾਰ ਸਿੰਘ ਤੇ ਗੁਰਮੁਖ ਪਿਆਰਿਓ, ਇਹ ਹੁੰਦੀ ਮਹਾਂਪੁਰਖਾਂ ਦੀ, ਨਾਮ ਜਪਣ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ ਸੰਗਤਾਂ ਧਾਰਨਾ ਪੜ੍ਹ ਕੇ ਮਹਾਂਪੁਰਖਾਂ ਪਾਸੋਂ ਸਰਵਣ ਕਰੀਏ। ਆਓ ਪਿਆਰ ਵਿੱਚ ਜਿੱਥੋਂ ਆਪਾਂ ਆਰੰਭ ਕੀਤਾ ਸੀ, ਇਹੋ ਹੀ ਅਰਦਾਸ ਕਰਿਆ ਕਰੋ, ਇਹੋ ਹੀ ਬੇਨਤੀ ਕਰਿਆ ਕਰੋ, ਤਾਂ ਕਿ ਜੀਵਨ ਸਫਲ ਹੋ ਜਾਵੇ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ, ਪਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਮੇਲ ਕਰਾਇਓ ਦਾਤਾ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ ਜੀ। ਸਾਨੂੰ ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਸਾਨੂੰ ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਸਾਨੂੰ ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ, ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ। ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ, ਪਿਆਰੇ ਜੀ ਜਿਹੜੇ ਤੇਰਾ ਨਾਮ ਜਪਦੇ। ਜਿਹੜੇ ਤੇਰਾ ਜੀ ਨਾਮ ਜਪਦੇ, ਜਿਹੜੇ ਸਾਧੂ ਜੀ ਤੇਰਾ ਨਾਮ ਜਪਦੇ। ਜਿਹੜੇ ਤੇਰਾ ਜੀ ਨਾਮ ਜਪਦੇ, ਜਿਹੜੇ ਤੇਰਾ ਜੀ ਨਾਮ ਜਪਦੇ। ਮੇਲ ਕਰਾਇਓ ਦਾਤਾ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਸਾਨੂੰ ਮੇਲ ਕਰਾਈ ਦਾਤਾ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਸਾਨੂੰ ਮੇਲ ਕਰਾਈ ਦਾਤਾ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਸਾਨੂੰ ਮੇਲ ਕਰਾਇਓ ਉਹਨਾਂ ਦੇ, ਜਿਹੜੇ ਤੇਰਾ ਨਾਮ ਜਪਦੇ। ਹਾਂ ਕੁਰਬਾਨ ਜਾਓ ਮਿਹਰਬਾਨਾ, ਹਾਂ ਕੁਰਬਾਨ, ਹਾਂ ਕੁਰਬਾਨ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਮ।
ਲੈਣ ਜੋ ਤੇਰਾ ਨਾਉ ਤਿਨਾਂ ਕਹਿ ਹਉ ਸਦ ਕੁਰਬਾਨੈ ਜਾਉ। ਸਦਾ ਹੀ ਉਹਨਾਂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ। ਕੋਟਾਨ ਕੋਟ ਧੰਨਵਾਦ, ਸ਼ੁਕਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਬੇਨਤੀ ਪ੍ਰਵਾਨ ਕਰਦੇ ਆ, ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ। ਆਉਣ ਵਾਲੇ ਸਮਿਆਂ 'ਚ ਵੀ ਸਤਿਗੁਰੂ ਕਿਰਪਾ ਕਰਨ ਇਹੋ ਜਿਹੇ ਸੁਭਾਗੇ ਸਮੇਂ ਮਹਾਂਪੁਰਖਾਂ ਦੀ ਸੰਗਤ ਸਤਿਗੁਰੂ ਬਖਸ਼ਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਮਾਫੀ ਕਰਦਿਓ। ਸਾਰੀ ਸੰਗਤ ਗੁਰੂ ਜੀ ਬਖਸ਼ਣ ਯੋਗ ਹਨ। ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਜੋ ਕਿ ਨਗਰ ਕਠਾਲਾਂ ਤੋਂ ਚੱਲ ਕੇ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਉਹਨਾਂ ਤੋਂ ਬਰੋਸਾਵੇ 108 ਸ਼੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀ ਮਹਾਰਾਜ ਜੀਆਂ ਦੀ ਅਤੇ ਸ਼੍ਰੀਮਾਨ ਸੰਤ ਬਾਬਾ ਬੰਦ ਸਿੰਘ ਜੀ ਖੇੜੀ ਗੌੜੀਆਂ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ। ਸੋ ਭਾਈ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਕਿ ਉਹ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਤੋਂ ਸਰੋਪੇ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਜੀ। ਭਾਈ ਹਰਬੰਸ ਸਿੰਘ ਜੀ ਨਗਰ ਕਠਾਲੇ ਦੇ ਕੋਲੋਂ ਸਾਧ ਸੰਗਤ ਜੀ ਚੱਲ ਕੇ ਆਏ ਨੇ। ਬੋਲੇ ਸੋ ਨਿਹਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਜਿਉ ਬੁਲਾਏ ਤਿਉ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਜੇ ਤੈ ਚਾਰ ਪਦਾਰਥ ਲੈਣੇ ਨੇ, ਸੇਵਾ ਕਰ ਲੈ ਸਾਧੂਆਂ ਦੀ। ਚਾਰ ਪਦਾਰਥ ਲੈਣੇ ਨੇ, ਸੇਵਾ ਕਰ ਲੈ ਸਾਧੂਆਂ ਦੀ। ਕਈ ਸੇਵਾ ਕਰ ਲੈ,
ਕਰ ਲੈ ਸਾਧੂਆਂ ਦੀ ਕਹਿ ਚਾਰ ਪਦਾਰਥ ਲੈਣੇ ਨੇ ਸੇਵਾ ਕਰ ਲੈ ਸਾਧੂਆਂ ਦੀ ਬਈ ਸੇਵਾ ਕਰ ਲੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ। ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ। ਸਾਧ ਸੰਗ ਹਉਮੈ ਛੋਰੈ, ਸਾਧੂ ਕਟ ਦੇਨੇ ਨਾਮ ਜਪਾ ਕੇ। ਹਉਮੈ ਵਾਲਾ ਰੋਗ ਕੱਟ ਦੇ, ਕੱਟ ਦੇਨੇ ਨਾਮ ਜਪਾ ਕੇ। ਹਉਮੈ ਵਾਲਾ ਰੋਗ ਕੱਟ ਦੇ, ਵਾਲਾ
ਕੱਟ ਦੇਨੇ ਨਾਮ ਜਪਾ ਕੇ ਹਉਮੈ ਵਾਲਾ ਰੋਗ ਕੱਟ ਦੇ ਪਰਮ ਸਤਿਕਾਰ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਤਨੇ ਆਪ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਵੱਡੇ ਭਾਗਾਂ ਵਾਲੇ ਹੋ। ਗੁਰੂ ਮਹਾਰਾਜ ਨੇ ਮਹਾਨ ਬਖਸ਼ਾਂ ਕੀਤੀਆਂ ਕਈ ਰੋਜ਼ ਤੋਂ ਲੈ ਕੇ ਗੁਰਮਤਿ ਸਮਾਗਮ ਪ੍ਰਾਰੰਭ ਹਨ, ਜੋ ਆਪ ਕਾਫੀ ਸਮੇਂ ਤੋਂ ਲੈ ਕੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਹਰਬੰਸ ਸਿੰਘ ਜੀ, ਜੋ ਪਿੰਡ ਬਠਾਲਾ ਤੋਂ ਚੱਲ ਕੇ ਆਪਣੇ ਗੁਰੂ ਘਰ ਆ ਕੇ ਆਪ ਜੀਆਂ ਨੂੰ ਗੁਰੂ ਕੀ ਬਾਣੀ ਗੁਰੂ ਕੇ ਇਤਿਹਾਸ ਨਾਲ ਜੋੜ ਰਹੇ ਸਨ, ਜਿਨ੍ਹਾਂ ਨੇ ਆਪਣੇ ਕਲਿਆਣ ਵੀ ਸੰਤ ਬਾਬਾ ਹਰਨਾਮ ਸਿੰਘ ਜੀ ਨਾਲ ਸੇਵਾ ਨਿਭਾਈ ਹੈ। ਉਹਨਾਂ ਨੇ ਅੱਜ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪ ਜੀਆਂ ਨੂੰ ਇਲਾਹੀ ਰੱਬੀ ਬਾਣੀ ਗੁਰੂ ਇਤਿਹਾਸ ਨਾਲ ਜੋੜ ਰਹੇ ਸਨ। ਉਹਨਾਂ ਦਾ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਘਰ ਗੁਰੂ ਭਾਵ ਕੇ ਪੰਥ ਦੀ ਸੇਵਾ ਕਰਨ, ਗੁਰੂ ਪਾਤਸ਼ਾਹ ਦੀ ਕਿਰਪਾ ਕਰਨ। ਤੇ ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚਿਓ ਸਭ ਆਪਣੀ ਹਾਜ਼ਰੀ ਲਵਾਉਂਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰ ਰਹੇ, ਪਹਿਲੇ ਵੀ ਸੁਣ ਰਹੇ ਸੀ ਵੀ ਜਿਹੜੇ ਸਾਧੂ ਮਹਾਤਮਾ ਨੇ, ਜਿਵੇਂ ਗੁਰੂ ਪਾਤਸ਼ਾਹ ਫਰਮਾਨ ਕਰਦੇ, ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਏ। ਰੱਬ ਦੇ ਪਿਆਰਿਆਂ ਦਾ ਦੁਨੀਆ ਤੇ ਆਉਣਾ ਇੱਕੋ ਹੀ ਪ੍ਰਯੋਜਨ ਹੈ ਕਿ ਉਹਨਾਂ ਨੇ ਆਪ ਦਾ ਨਾਮ ਜਪਣੀ ਹੁੰਦਾ ਹੈ ਤੇ ਹੋਰਾਂ ਨੂੰ ਪ੍ਰੇਰ ਕੇ ਰੱਬ ਦੇ ਨਾਮ ਨਾਲ ਜੋੜਦੇ ਆ। ਉਹਨਾਂ ਦਾ ਸੰਸਾਰ ਦੇ ਉੱਤੇ ਨਾ ਕੋਈ ਜੰਮਣ ਨਾ ਮਰਨ, ਗੁਰੂ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਡਿਊਟੀ ਲੱਗਦੀ ਹੈ ਉਹਨਾਂ ਦੀ। ਜਾਓ ਜਿਵੇਂ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਬਾਣੀ ਵਿੱਚ ਭਗਤ ਕਬੀਰ ਜੀ ਨੇ ਵੀ ਕਿਹਾ ਨਾ, ਕਬੀਰ ਸੇਵਾ ਕੋ ਦੋ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਪਰਮੇਸ਼ਰ ਦੇ ਪਿਆਰਿਆਂ ਦੇ ਕੋਲ ਹੀ ਇਹ ਕੰਮ ਹੈ, ਹੋਰ ਕਿਸੇ ਕੋਲ ਇਹ ਕੰਮ ਨਹੀਂ ਹੈ, ਕਿਸੇ ਦੇ ਹਿੱਸੇ ਕੰਮ ਨਹੀਂ ਇਹ ਆਇਆ। ਕਿਉਂਕਿ ਸਭ ਤੋਂ ਔਖਾ ਕੰਮ
ਜੇ ਕੋਈ ਦੁਨੀਆ ਦੇ ਉੱਤੇ ਹੈ ਤਾਂ ਇੱਕੋ ਹੀ ਆ ਕੰਮ ਹੈ ਬਸ। ਜੇ ਸੌਖਾ ਹੁੰਦਾ ਤਾਂ ਹਰੇਕ ਹੀ ਜਮੜ ਜਾਂਦਾ, ਹਰੇਕ ਹੀ ਜਪ ਲਿਆ ਕਰਦਾ, ਹਰੇਕ ਹੀ ਗੁਣ ਗਾ ਲਿਆ ਕਰਦਾ, ਪਰ ਨਹੀਂ, ਇਹ ਸਭ ਤੋਂ ਔਖਾ ਹੈ ਆਖਣ ਔਖਾ ਸਾਚਾ ਨਾਮ। ਪਾਤਸ਼ਾਹ ਜੀ ਕਹਿੰਦੇ ਬੜਾ ਔਖਾ ਹੈ, ਪਰ ਰੱਬ ਦੇ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਆ, ਕਹਿੰਦੇ ਜਨ ਆਵਨ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੈ। ਇੱਥੇ ਮੱਲੋ ਮੱਲੀ ਨਾਮ ਮਨ ਮੂੰਹ ਨਿਕਲਦਾ ਹੈ। ਜਦੋਂ ਆਪਾਂ ਸੰਗਤ ਵਿੱਚ ਆਉਂਦੇ ਆ ਨਾ, ਮੱਲੋ ਮੱਲੀ ਰੱਬ ਦਾ ਕੋਈ ਪਿਆਰਾ ਮਿਲ ਜਾਵੇ, ਉਹਨਾਂ ਤੋਂ ਬਿਨਾਂ ਇਹ ਗੱਲ ਨਹੀਂ ਬਣਦੀ। ਸੰਗਤ ਨੂੰ ਐਡਾ ਵੱਡਾ ਦਰਜਾ ਕਿਉਂ ਦਿੱਤਾ ਮਹਾਰਾਜ ਨੇ? ਜੇ ਇੱਥੇ ਕੁਛ ਹੈ ਤਾਂ ਹੀ ਦਿੱਤਾ ਰੱਬ ਦਾ ਦਰਜਾ, ਇਸ ਕਰਕੇ ਵੀ ਜੇ ਰੱਬ ਹੈ ਤਾਂ ਆਪਾਂ ਇਸ ਸੰਗਤ ਵਿੱਚ ਹੈ। ਸੰਗਤ ਦੀ ਇੱਕ ਘੜੀ ਹੀ ਆਪਾਂ ਨੂੰ ਤਾਰ ਦੂਗੀ। ਗਣਕਾ ਵਰਗੀ ਨੂੰ ਸੰਗਤ ਮਿਲੀ, ਅਜਾਮਲ ਵਰਗੇ ਸੰਗਤ ਮਿਲੀ ਸਾਧੂਆਂ ਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਦੇਖੋ ਸਾਧੂ ਸੰਗ ਕਰਕੇ ਪਾਰ ਉਤਾਰਾ ਹੋ ਗਿਆ। ਜੋ ਵੀ ਆਪਾਂ ਨੇ ਸੁੱਖ ਲੈਣਾ, ਆਨੰਦ ਲੈਣਾ ਹੈ, ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰਾ ਕੁਝ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲਦਾ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੇ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ। ਸਭ ਤੋਂ ਵੱਡਾ ਜਿਹੜਾ ਦੁੱਖ ਹੈ ਭੈ ਆਪਾਂ ਨੂੰ ਜ਼ਿੰਦਗੀ ਦਾ, ਭਾਵੇਂ ਬਣਦਾ ਕੋਈ ਕਿੱਡਾ ਮਰਜ਼ੀ ਬਣ ਜਾਵੇ, ਕੁਛ ਮਰਜ਼ੀ ਉਹਦੇ ਕੋਲ ਹੋ ਜਾਵੇ, ਭਾਵੇਂ ਕਿ ਮੈਨੂੰ ਕਿਸੇ ਦੀ ਪ੍ਰਵਾਹ ਨਹੀਂ, ਕਿਸੇ ਦੀ ਪ੍ਰਵਾਹ ਨਹੀਂ ਹੈ, ਪਰ ਮੌਤ ਦੀ ਪ੍ਰਵਾਹ ਹਰੇਕ ਨੂੰ ਹੁੰਦੀ ਹੈ। ਹਰੇਕ ਹੀ ਆਪਣੇ ਨਾਲ ਕੋਈ ਰਾਜਾ ਮਹਾ ਬਣ ਜਾ ਵਰ ਗਿਆ, ਦੁਨੀਆ ਰਾਜਾ ਬਣ ਗਿਆ, ਭਾਵੇਂ ਉਹਦਾ ਕਿਹੜਾ ਦੂਰ ਹੁੰਦਾ ਮੌਤ ਦਾ ਭੈ। ਮੌਤ ਦਾ ਭੈ ਤਾਂ ਇੱਕ ਦਾ ਹੀ ਬਸ ਉਹਨਾਂ ਦੇ ਦੂਰ ਹੁੰਦਾ ਹੈ ਜਿਹੜੇ ਸਾਧੂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਆ, ਨਾਮ ਜਪਦੇ ਆ ਬਸ। ਜਿਵੇਂ ਭਗਤ ਕਬੀਰ ਜੀ ਕਵੇ ਫਰਮਾਨ ਕਰਦੇ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੇ ਦੁਆਰ। ਭਗਤੀਆਂ ਨੇ ਕਿਹਾ ਨਾ ਕਿ ਸਿਮਰਨ ਵਾਲਿਆਂ ਦੇ ਵਿੱਚ, ਸਿਮਰਨ ਵਿੱਚ ਐਡੀ ਤਾਕਤ ਆ, ਐਡੀ ਪਾਵਰ ਹੈ ਵੀ ਜਿਹੜਾ ਕੋਈ ਸਿਮਰਨ ਨਾਲ ਜੁੜ ਗਿਆ ਉਹ ਫਿਰ ਪ੍ਰਵਾਹ ਨੇ ਕਿਸੇ ਕੀਰੀ ਆਵਾਜ਼ ਸੱਚੇ ਨਾਮ। ਉਹਨਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ। ਇਹ ਕੱਟਿਆ ਕਦੋਂ ਜਾਊਗਾ? ਜਦੋਂ ਆਪਾਂ ਰੱਬ ਦੇ ਪਿਆਰ ਨਾਲ ਜੁੜਾਂਗੇ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਭਰੈ। ਜੇ ਤੂੰ ਜਨਮ ਮਰਨ ਤੋਂ ਡਰਦਾ ਹੈ ਨਾ, ਮੇਰਾ ਜੰਮਣ ਮਰਨ ਖਤਮ ਹੋ ਜਾਵੇ, ਮੈਨੂੰ ਮੌਤ ਭਾਵ ਕਿ ਮੇਰੀ ਜਦ ਜਿੰਦ ਨਿਕਲੇ ਮੈਨੂੰ ਦੁੱਖ ਨਾ ਲੱਗੇ, ਮੈਨੂੰ ਭੈ ਨਾ ਹੋਵੇ। ਇਹ ਸਾਰਾ ਜਿਹੜਾ ਖੌਫ ਹੈ ਜ਼ਿੰਦਗੀ ਦੇ ਵਿੱਚੋਂ, ਮਹਾਂਪੁਰਖਾਂ ਦੇ ਬਚਨ ਇੰਨੇ ਹੁੰਦੇ ਨੇ, ਐਸੇ ਹੁੰਦੇ ਨੇ ਉਹਨਾਂ ਦੇ, ਜੇ ਕਿਤੇ ਮਨ ਵਿੱਚ ਵਸ ਜੇ ਨਾ ਉਹਨਾਂ ਦਾ ਬਚਨ। ਮਹਾਂਪੁਰਖ ਬਾਬਾ ਮਾਨ ਸਿੰਘ ਰੱਬ ਜੀ, ਮੈਂ ਪਹਿਲਾਂ ਉਸਨੂੰ ਕਿੰਨੀ ਵਾਰ ਦੱਸਿਆ, ਕਹਿੰਦੇ ਵੀ ਦੱਸ ਕੇ ਭਗਤੀ ਵੱਡੀ ਕਿਹੜੀ ਹੁੰਦੀ ਹੈ, ਵੱਡੀ ਭਗਤੀ ਕਿਹੜੀ ਹੁੰਦੀ ਹੈ। ਮਹਾਂਪੁਰਖ ਮੈਂ ਪਹਿਲੀ ਵਾਰ ਚਾਹ ਲੈ ਕੇ ਆਇਆ ਉਹਨਾਂ ਕੋਲ, ਚਾਹ ਛੋਟੀ ਜਿਹੀ ਉਮਰ ਸੀਗੀ, ਇੰਨਾ ਪਤਾ ਨਹੀਂ ਸੀਗਾ, ਨਵੇਂ ਨਵੇਂ ਆਏ ਸੀਗੇ, ਮਜੀ ਮੈਨੂੰ ਤਾਂ ਪਤਾ ਨਹੀਂਗਾ। ਮਹਾਂਪੁਰਖ ਕਹਿੰਦੇ ਸਭ ਤੋਂ ਵੱਡੀ ਭਗਤੀ ਭਾਈ ਮਰਨਾ ਚੇਤੇ ਰੱਖਣਾ, ਸਭ ਤੋਂ ਵੱਡੀ ਭਗਤੀ ਮਰਨਾ ਚੇਤੇ, ਸਭ ਕੁਝ ਚੇਤੇ ਹੈ, ਰੱਬ ਚੇਤੇ ਹੈ। ਜੇ ਮਰਨਾ ਭੁੱਲ ਗਿਆ ਤਾਂ ਸਭ ਕੁਝ ਭੁੱਲ ਗਿਆ, ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਆਪਾਂ ਨੂੰ ਇਹੀ ਵਸਤੂ, ਜਦ ਮਰਨਾ ਵਿਸਰ ਗਿਆ ਤਾਂ ਸਭ ਕੁਝ ਹੀ ਵਿਸਰ ਗਿਆ। ਸਭ ਤੋਂ ਵੱਡੀ ਲੜਾਈ ਕਿਹੜੀ ਹੈ? ਲੜਾਈ ਆਪਾਂ ਕਰਦੇ ਰਹਿੰਦੇ, ਹੁਣ ਚੱਲ ਰਹੀ ਹੈ, ਅੰਦੋਲਨ ਚੱਲ ਰਿਹਾ। ਸਭ ਤੋਂ ਵੱਡੀ ਲੜਾਈ ਮਹਾਂਪੁਰਖ ਕਹਿੰਦੇ ਆਪਣੇ ਮਨ ਨਾਲ, ਮਨ ਨੂੰ ਮੋੜ, ਜਿਹਨੇ ਮਨ ਨੂੰ ਜਿੱਤ ਲਿਆ ਸਾਰੀ ਦੁਨੀਆ ਜਿੱਤ ਲਈ ਉਹਨੇ, ਸਾਰੀ ਦੁਨੀਆ ਕਾਬੂ ਕਰ ਲਈ। ਇਸ ਕਰਕੇ ਜਿਹੜੇ ਮਹਾਂਪੁਰਖਾਂ ਦੇ ਵਚਨ ਹੁੰਦੇ ਨੇ, ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ,
ਜੇ ਤੂੰ ਜਨਮ ਮਰਨ ਤੋਂ ਡਰਦੈਂ, ਸ਼ਰਨੀ ਲੱਗ ਜਾ ਸਾਧੂਆਂ ਦੇ। ਜਨਮ ਮਰਨ ਤੋਂ ਡਰਦੈਂ, ਸ਼ਰਨੀ ਲੱਗ ਜਾ ਸਾਧੂਆਂ ਦੇ। ਓਏ ਸ਼ਰਨੀ ਪੈ ਜਾ, ਕਰਕੇ ਜਿਹੜਾ ਕੋਈ ਜਨਮ ਮਰਨ ਤੋਂ ਕਹਿੰਦੇ ਮਹਾਂਪੁਰਖ ਉਹਨੂੰ ਨਾਮ ਦੇ ਨਾਲ ਜੋੜ ਕੇ ਤਾਰ ਦਿੰਦੇ ਆ। ਜਿਵੇਂ ਗੁਰੂ ਪਾਤਸ਼ਾਹ ਦੇ 6ਵੇਂ ਪਾਤਸ਼ਾਹ ਦੇ ਸਮੇਂ ਇੱਕ ਵਾਰ ਦਾ ਜ਼ਿਕਰ ਆਉਂਦਾ, ਕਹਿੰਦੇ ਇੱਕ ਤੀਰਥਾ ਨਾਮ ਕਰਕੇ ਸਿੱਖ ਫੌਜ ਦੀ ਨੌਕਰੀ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਪਹੁੰਚੇ ਆ। ਬੇਨਤੀ ਕਰਦਾ ਮਹਾਰਾਜ, ਮੈਂ ਤਾਂ ਆਪਣੇ ਧੰਦੇ ਧੰਦਾਰਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਸਾਰਾ ਦਿਨ ਬਤੀਤ ਹੋ ਜਾਂਦਾ ਹੈ। ਮੇਰਾ ਭਲਾ ਕਿਵੇਂ ਹੋ, ਕਿਰਪਾ ਕਰੋ, ਮੇਰਾ ਕਰੋ, ਮੇਰੇ ਤੇ ਮਿਹਰ ਕਰੋ, ਮੇਰਾ ਇਹ ਜੀਵਨ ਸਫਲਾ ਕਿਵੇਂ ਹੋਊਗਾ। ਉਸ ਵੇਲੇ ਕਹਿੰਦੇ 6ਵੇਂ ਪਾਤਸ਼ਾਹ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਤੂੰ ਸਾਧੂਆਂ ਦੀ ਕਹਿੰਦੇ ਅੰਨ ਵਸਤਰ ਦੇ ਨਾਲ, ਜੇ ਕੋਈ ਸਾਧੂ ਆਉਂਦਾ ਨਾ ਉਹਨੂੰ ਆਉਂਦੇ ਨੂੰ ਕਹਿੰਦੇ ਜਲ ਪਾਣੀ ਛਕਾ ਦਿੱਤਾ, ਜਾਂਦੇ ਨੂੰ ਵਸਤਰ ਪੈਸਾ ਆਦਿਕ ਜਿੰਨੀ ਕੀ ਤੇਰੀ ਵਿੱਤ ਹੈ ਇਹ ਸੇਵਾ ਕਰਕੇ ਉਹਨੂੰ ਪ੍ਰਸੰਨਤਾ ਲਿਆ ਕਰ। ਇਸ ਤਰ੍ਹਾਂ ਦਾ ਭਾਵ ਕਿ ਤੇਰਾ ਉਧਾਰ ਹੋ ਜਾਣਾ ਹੈ, ਤੇਰਾ ਉਧਾਰ ਹੋ ਜਾਣਾ ਹੈ। ਕੋਈ ਰੱਬ ਦਾ ਪਿਆਰਾ ਆਊਗਾ ਤੈਨੂੰ ਭਗਤੀ ਗਿਆਨ ਦਾ ਸੌਖਾ ਰਸਤਾ ਦੱਸ, ਜਿਹੜਾ ਤੇਰਾ ਉਧਾਰ ਹੋ ਜਾਊਗਾ। ਉਸ ਵੇਲੇ ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਸੰਤਾਂ ਦੀ ਪਛਾਣ ਕਿਵੇਂ ਕਰੂੰਗਾ ਵੀ ਆਹ ਸੰਤ ਜਾਂ ਨਹੀਂ ਹੈ, ਕਿ ਆਪਾਂ ਇਹ ਚੀਜ਼ਾਂ ਵਿੱਚ ਫਸੇ ਹੋਏ ਆਪਾਂ ਤਾਂ ਨਾ। ਜੇ ਸੇਵਾ ਕਰਨੀ ਹੈ ਤਾਂ ਮੰਨੋ ਕਿ ਇਹ ਸਾਰੀ ਚੀਜ਼ਾਂ ਤੋਂ ਉੱਪਰ ਉੱਠ ਕੇ ਕੋਈ ਚੰਗਾ ਆਵੇ ਕੋਈ ਮਾੜਾ ਆਵੇ, ਸੇਵਾ ਕਰਨੀ ਆਪਾਂ ਤਾਂ। ਘਰ ਆਇਨ ਖਾਲੀ ਨਹੀਂ ਮੋੜਨਾ, ਜਿੰਨਾ ਕਿ ਸਰਦਾ ਹੈ ਘੱਟ ਹੈ ਘੱਟ ਦੇ ਦਿਓ। ਪਾਤਸ਼ਾਹ ਜੀ ਕਹਿੰਦੇ ਤੇ ਇਹ ਨਹੀਂ ਦੇਖਣਾ, ਤੇ ਇਹ ਨਹੀਂ ਦੇਖਣਾ ਵੀ ਇਹ ਸੰਤ ਹੈ ਜਾਂ ਨਹੀਂ, ਤੇ ਤਾਂ ਇੱਕੋ ਹੀ ਸੋਚਣਾ ਹੈ ਵੀ ਇਹ ਰੱਬ ਦਾ ਪਿਆਰ ਹੈ। ਬਸ ਮਨ ਵਿੱਚ ਰੱਖਣਾ ਨਹੀਂ ਹੈ, ਮਨ ਨੂੰ ਨੀਵਾਂ ਕਰਕੇ। ਜਿਵੇਂ ਕਿਤੇ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਪ੍ਰਮਾਣ ਕਰਦੇ, ਕਹਿੰਦੇ ਇਹ ਨਾ ਸਮਝ ਵੀ ਬਸ ਮੈਂ ਹੀ ਚੰਗਾ ਹਾਂ, ਮੇਰੇ ਤੋਂ ਸਾਰੇ ਥੱਲੇ ਨੇ। ਹੁੰਦਾ ਕਿ ਵਾਰ-ਵਾਰ ਮਨ ਵਿੱਚ ਬਣੇ ਵੀ ਫਲਾਣਾ ਤਾਂ ਆਇਆ ਤੇ ਕਹਿੰਦਾ ਮੈਂ ਚੰਗੀ ਹਾਂ, ਤਾਂ ਮੈਂ ਫਲਾਣਾ ਤਾਂ ਚੰਗੀ ਆ ਮੈਂ। ਭਗਤ ਜੀ ਕਹਿੰਦੇ ਇਹ ਨਹੀਂ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਜਿਹਨੇ ਕਹਿੰਦੇ ਇਹ ਸਮਝ ਲਿਆ ਵੀ ਅਸੀਂ ਸਭ ਤੋਂ ਬੁਰੇ ਆ, ਸਾਨੂੰ ਤਿਆਗ ਕੇ ਛੱਡ ਕੇ ਸਾਰੀ ਦੁਨੀਆ ਚੰਗੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਾਣੀ ਦੇ ਵਿੱਚ ਜਿੰਨੀ ਨਿਮਰਤਾ ਧਾਰੋਗੇ, ਜਿਨ ਆਪਣੇ ਆਪ ਨੂੰ ਥੱਲੇ ਲਾਵੋਗੇ ਨਾ, ਜੋ ਆਪਸ ਕੋ ਜਾਣਾ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜਾ ਕੋਈ ਥੱਲੇ ਨਿਮਾਣਾ ਜਿੰਨਾ ਨਿਭਦਾ ਹੈ, ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨਿਮਾਣ ਨੂੰ ਭਾਵ ਕੇ ਨਿਮਰਤਾ ਨੂੰ ਭਾਗ ਲੱਗਦੇ ਆ। ਭਾਈ ਉੱਚੀ ਤਾਂ ਨਹੀਂ ਡਗਦੇ। ਇਹ ਦ੍ਰਿਸ਼ਟਾਂਤ ਨੇ ਸਮਝਾਉਣ ਵਾਸਤੇ। ਹਕੀਕਤ ਆ ਭਾਈ ਇਦਾਂ। ਭਗਤ ਜੀ ਕਹਿੰਦੇ ਹਮ ਤਾਜ ਸਾਰੇ ਸਭ ਤੋਂ ਕਹਿੰਦੇ ਚੰਗੇ ਨੇ, ਮਾਨਾ ਸਭ ਤੇ ਤੋਂ ਚੰਗੇ ਨੇ, ਤੂੰ ਸਭ ਤੋਂ ਬੁਰਾ ਹੈ। ਜਿਵੇਂ ਇੱਕ ਵਾਰ ਦਾ ਜ਼ਿਕਰ ਆਉਂਦਾ ਭਗਵਾਨ ਕ੍ਰਿਸ਼ਨ ਜੀ ਸਮੇਂ, ਉਸ ਵੇਲੇ ਕਹਿੰਦੇ ਜਿਹੜਾ ਦੁਰਯੋਧਨ ਸੀ ਸਾਰਾ ਉਹਦਾ ਪਤੀ ਆ, ਪਨਵਕੀਨਾ ਉਹ ਹੰਕਾਰੀ ਸੀਗਾ, ਕਿੱਡਾ ਉਹਦੀ ਆਤਮਾ ਮੰਨੋ ਕਿ ਪਾਪ ਆਤਮਾ ਸੀਗੀ, ਆਪਣੇ ਆਪ ਨੂੰ ਬਸ ਸਮਝਦਾ ਸੀਗਾ ਉਹ। ਜਿਹੜੇ ਪੰਜ ਪਾਂਡਾਂ ਚ ਪੰਜ ਪੰਡ ਸੀਗੇ, ਉਹਨਾਂ ਦਾ ਜਿਹੜਾ ਵੱਡਾ ਭਾਵ ਕੇ ਭਰਾ ਸੀਗਾ ਧਰਮ ਪੁੱਤਰ ਯੁਧਿਸ਼ਠਿਰ ਜੀ, ਉਹ ਬੜੇ ਧਰਮਾਤਮਾ ਸੀਗੇ, ਬੜੇ ਨਾਮ ਜਪਣ ਵਾਲੇ ਸੀ, ਧਰਮ ਦੀ ਮੂਰਤ ਕਹਿੰਦੀ ਆਪਾਂ। ਕਹਿੰਦੇ ਇੱਕ ਦਿਨ ਦਾ ਜ਼ਿਕਰ ਆਉਂਦਾ, ਕਹਿੰਦੇ ਭਗਵਾਨ ਨੇ ਡਿਊਟੀ ਲਾ ਦਿੱਤੀ ਉਹਨਾਂ ਦੀ। ਜਿਹੜਾ ਦ੍ਰਿਸ਼ਟੀ ਨੂੰ ਭਾਵ ਕੇ ਧਰਮ ਪੁੱਤਰ ਦ੍ਰਿਸ਼ਟੀ ਨੂੰ ਕਹਿੰਦੇ ਕਿ ਇਦਾਂ ਕਰ ਭਾਈ, ਤੂੰ ਸਭ ਤੋਂ ਬੁਰਾ ਲੱਭ ਕੇ ਲੈ, ਜਿਹੜਾ ਸਭ ਤੋਂ ਮਾੜਾ ਬੰਦਾ ਕੋਈ ਨੀਚ ਹੈ, ਤੂੰ ਉਹਨੂੰ ਲੱਭ ਕੇ ਲੈ ਕੇ ਆਈ। ਜਿਹੜਾ ਦੁਰਯੋਧਨ ਸੀ ਉਹਨੂੰ ਕਿਹਾ ਸੀ ਵੀ ਤੂੰ ਸਭ ਤੋਂ ਚੰਗਾ ਲੱਭ ਕੇ ਲੈ ਕੇ ਆਈ, ਵੀ ਜਿਹੜਾ ਸਭ ਤੋਂ ਚੰਗਾ ਨਾ ਤੈਨੂੰ ਭਲਾ ਲੱਗੇ ਵੀ ਆਹ ਠੀਕ ਹੈ, ਉਹਨੂੰ ਲੈ ਕੇ ਆਈ। ਦੋਹੇ ਚਲੇ ਗਏ। ਦੋਹੇ ਚਲੇ ਜਾਣ ਦੇ ਨਾਲ ਜਿਹੜਾ ਦੁਰਯੋਧਨ ਸੀ ਉਹ ਤਾਂ ਆਪ ਬੁਰਾ ਸੀ, ਆਪ ਭੈੜਾ ਸੀ, ਉਹਨੂੰ ਕੋਈ ਚੰਗਾ ਲੱਭੀ ਨਹੀਂ। ਆ ਵੀ ਬੁਰਾ, ਆ ਵੀ ਬੁਰਾ, ਵੀ ਆ ਵੀ ਮਾੜਾ ਹੈ। ਮੰਨੋ ਕਿ ਸਾਰਾ ਘੁੰਮ ਕੇ ਆ ਗਿਆ, ਭਗਵਾਨ ਜੀ ਕਹਿੰਦੇ ਲੈ ਕੇ ਨਹੀਂ ਆਇਆ, ਕੋਈ ਚੰਗਾ ਬੰਦਾ ਤੈਨੂੰ ਮਿਲਿਆ ਨਹੀਂ? ਕਹਿੰਦਾ ਨਾ ਜੀ ਭਗਵਾਨ ਜੀ ਸਾਰੀ ਦੁਨੀਆ ਮਾੜੀਆਂ ਦੀ ਹੀ ਹੈ, ਰੋਗੀ ਕੇ ਭਾਣੇ ਸਭ ਰੋਗੀ। ਹੁਣ ਜਿਹੜੇ ਦੂਜੇ ਸੀਗੇ ਧਰਮ ਪੁੱਤਰ ਯੁਧਿਸ਼ਠਿਰ ਜੀ,
ਉਹਨੇ ਦੇਖਿਆ ਸਾਰੇ ਫਿਰਕੇ ਕੋਈ ਨੂੰ ਮਾੜਾ ਨਹੀਂ ਲੱਭਿਆ, ਸਾਰੇ ਰੱਬ ਦੇ ਨੇ। ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ। ਵੀ ਸਾਰੇ ਜਦੋਂ ਰੱਬ ਦੇ ਰੂਪ ਹੈ ਫਿਰ ਇਹਨਾਂ 'ਚ ਮਾੜਾ ਤੇ ਚੰਗਾ ਕੌਣ ਬਈ? ਮਾੜਾ ਚੰਗਾ ਕੌਣ? ਉਸ ਵੇਲੇ ਮੁੜੇ ਆਇਆ। ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਏਦਾਂ ਨਹੀਂ ਨਾ, ਏਦਾਂ ਕਿਹਾ ਕਰੀ ਤੋ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲ ਸਾਰੇ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੇਰੇ ਨਾਲੋਂ ਜੀ ਸਾਰੇ ਚੰਗੇ ਨੇ। ਤੇਰੇ ਨਾਲੋਂ ਜੀ ਮਨਾ ਸਾਰੇ ਚੰਗੇ ਨੇ। ਤੇਰੇ ਨਾਲੋਂ ਜੀ ਸਾਰੇ ਚੰਗੇ ਨੇ। ਮਨਾ ਤੇਰੇ ਨਾਲੋਂ ਜੀ ਸਾਰੇ ਚੰਗੇ ਨੇ। 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 ਮਨਾ ਤੇਰੇ ਨਾਲੋਂ ਜੀ ਸਾਰੇ ਚੰਗੇ ਨੇ। ਸਾਰਿਆਂ ਤੋਂ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਏ ਤੇਰੇ ਨਾਲੋਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ। ਤੇਰੇ ਨਾਲ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ। ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਏਦਾਂ
ਜਦੋਂ ਤੋਂ ਇਦਾਂ ਕਰੇਗਾ ਤਾਂ ਕੋਈ ਐਸੀ ਬਖਸ਼ੀ ਰੂਹ ਵੀ ਆ ਜਾਊਗੀ। ਜਿਵੇਂ ਇੱਕ ਰਾਜਾ ਸੀ, ਉਹਦੇ ਮਨ ਦੇ ਵਿੱਚ ਇਹ ਹੋਈ ਮੈਂ ਹੰਸ ਦੇਖਣੇ, ਹੰਸ ਕੈਸੇ ਹੁੰਦੇ ਨੇ। ਕੋਈ ਜੁਗਤੀ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ, ਮਹਾਂਪੁਰਖੋ ਮੈਂ ਹੰਸ ਦੇਖਣੇ ਆ। ਕਹਿੰਦੇ ਇਦਾਂ ਕਰਿਆ ਕਿ ਹੰਸ ਦੇਖਣੇ ਨਾ ਤਾਂ ਆਪਣੇ ਕਹਿੰਦੇ ਚੋਕ ਸਥਾਨ ਤੇ ਹਰੇਕ ਪ੍ਰਕਾਰ ਦੀ ਚੋਗ ਪਾਇਆ ਕਰ ਪੰਛੀਆਂ ਨੂੰ। ਜਿਸ ਪੰਛੀ ਆਇਆ ਕਰਨਗੇ, ਜਦੋਂ ਕਹਿੰਦੇ ਚੋਕ ਚੁੱਕੇ ਜਾਇਆ ਕਰਨਗੇ ਤੇਰੀ ਉਪਮਾ ਕਰਿਆ ਕਰਨਗੇ। ਐਸੀ ਗੱਲ ਨਹੀਂ ਹੈ, ਇਹ ਜ਼ਰੂਰੀ ਹੈ। ਜਿੱਥੇ ਕੋਈ ਕਿਤੇ ਭਾਵੇਂ ਕਿ ਕੋਈ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੇ ਕੀਰਤਨ ਜਾਂ ਲੰਗਰ ਆਦਿ ਚੱਲਦੇ ਨੇ ਪਿੰਡਾਂ ਵਿੱਚ, ਉਹਨਾਂ ਦੀ ਮਸ਼ਹੂਰੀ ਤਾਂ ਹੁੰਦੀ ਹੀ ਹੈ ਵੀ ਫਲਾਣੇ ਥਾਂ ਲੰਗਰ ਚੱਲਦਾ ਭਾਈ, ਦੂਰ ਦੂਰ ਗੱਲ ਖਿੰਡ ਜਾਂਦੀ ਹੈ। ਹੁਣ ਕਹਿੰਦੇ ਰਾਜਾ ਹਰੇਕ ਪ੍ਰਕਾਰ ਦੀ ਚੋਗ ਪਾਉਂਦਾ ਹੈ, ਸਾਰੇ ਪੰਛੀ ਬੜੇ ਖੁਸ਼ ਹੋ ਕੇ ਜਾਂਦੇ ਨੇ, ਦੂਰ ਦੂਰ ਉਹਦੀ ਉਪਮਾ ਹੁੰਦੀ ਹੈ। ਕਹਿੰਦੇ ਇੱਕ ਦਿਨ ਐਸਾ ਆਇਆ, ਮਾਨ ਸਰੋਵਰ ਤੋਂ ਹੰਸਾਂ ਦੀ ਜੋੜੀ ਆ ਗਈ। ਮਾਨ ਹੰਸਾਂ ਦੇ ਭਾਵ ਕੇ ਜੋੜੀ ਆ ਗਈ। ਜਦੋਂ ਰਾਜੇ ਨੂੰ ਪਤਾ ਲੱਗਿਆ ਨਾ ਵੀ ਚੋਗ ਸਥਾਨ ਤੇ ਹੰਸਾਂ ਦੀ ਜੋੜੀ ਆਈ ਹੈ, ਤਾਂ ਉਸ ਵੇਲੇ ਉਹਨੇ ਕਹਿੰਦੇ ਮੋਤੀ ਜਵਾਹਰ ਹੀਰੇ ਆਦਿਕ ਦੁੱਧ ਸੰਤਾਂ ਨੂੰ ਭਾਵ ਕੇ ਹੰਸਾਂ ਨੂੰ ਪਾਈ। ਹੰਸਾਂ ਨੇ ਚੋਗ ਚੋਗੀ ਦੁੱਧ ਪੀਤਾ, ਬੜੇ ਖੁਸ਼ ਹੋ ਕੇ ਕਹਿੰਦੇ ਫਿਰ ਜਾਂਦੇ ਜਾਂਦੇ 2 ਲਾਲ ਉਗਲ ਗਏ। ਬੜੇ ਮਹਿੰਗੇ ਹੁੰਦੇ ਨੇ, ਉਹ ਬੜੇ ਮਹਿੰਗੇ ਹੁੰਦੇ ਐ। ਇਸੇ ਤਰ੍ਹਾਂ ਕਹਿੰਦਾ ਕੋਈ ਜਦੋਂ ਤੂੰ ਐਸੀ ਸੇਵਾ ਕਰੇਗਾ, ਸੇਵਾ ਕਰਦਾ ਰਵੇਂਗਾ, ਕੋਈ ਪੂਰਨ ਬ੍ਰਹਮ ਗਿਆਨੀ ਵੀ ਆ ਜਾਊਗਾ ਜਿਹੜਾ ਤੈਨੂੰ ਭਗਤੀ ਤੇ ਗਿਆਨ ਤੇ ਰਸਤੇ ਚਲਾ ਕੇ ਤੇਰਾ ਸੌਖਾ ਤਰਨਾ ਕਰ ਦੂਗਾ। ਇਸ ਕਰਕੇ ਹਮੇਸ਼ਾ ਜਦੋਂ ਵੀ ਹੋਵੇ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਉਪਕਾਰ ਕਰਨ ਵਾਸਤੇ ਆਉਂਦੇ। ਕੋਈ ਰੱਬ ਦਾ ਪਿਆਰਾ ਤੈਨੂੰ ਮਿਲ ਗਿਆ, ਗੁਰੂ ਪਾਤਸ਼ਾਹ ਜੀ ਕਹਿੰਦੇ ਤੈਨੂੰ ਨਾਮ ਨਾਲ ਜੋੜ ਜੂਗਾ। ਮਹਾਂਪੁਰਖਾਂ ਦੀ ਡਿਊਟੀ ਹੈ, ਬਸ ਇਹੀ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ। ਟੋਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਵੇਂ, ਟੋਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ।
ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਕਹਿੰਦੇ ਕੋਈ ਆਜੂਗਾ ਰੱਬ ਦਾ ਬਖਸ਼ਿਆ, ਇਸੇ ਤਰ੍ਹਾਂ ਮਨ ਦੇ ਵਿੱਚ ਨਿਰਮਾਣਤਾ ਰੱਖ ਕੇ ਜਦੋਂ ਕੋਈ ਆਏ ਗਏ ਸਾਧੂ ਮਹਾਤਮਾ ਦੇ ਨਾਲ ਸੇਵਾ ਕਰਦਾ, ਕੀ ਪਤਾ ਕਦੋਂ ਕੈਸਾ ਕੋਈ ਮਹਾਤਮਾ ਆ ਜਾਵੇ, ਕੋਈ ਰੱਬ ਦਾ ਪਿਆਰਾ ਐਸਾ ਆਜੂ ਜਿਹੜਾ ਆਪਣੇ ਸਾਰੇ ਮਾਨੋ ਕਿ ਜਨਮਾਂ ਜਨਮਾਂ ਦੇ ਪਾਪਾਂ ਦਾ ਨਾਸ਼ ਕਰ ਦੂਗਾ। ਇਸ ਕਰਕੇ ਹਮੇਸ਼ਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ ਇਹ ਜਿਹੜੀਆਂ ਦਾਤਾਂ ਨੇ, ਜਿਹੜੇ ਨਾਮ ਜਪਣ ਦੇ ਮਾਨੋ ਕਿ ਅੰਦਰ ਆਪਣੇ ਗੁਣ ਪੈਦਾ ਹੋਣੇ ਨੇ, ਇਹ ਸਾਰੇ ਸਾਧੂ ਨਾਲ ਮਿਲ ਕੇ ਪੈਦਾ ਹੋਣੇ ਨੇ, ਉਹਨਾਂ ਤੋਂ ਬਿਨਾਂ ਨਹੀਂ। ਮਿਲ ਸੰਗਤ ਗੁਣ ਪ੍ਰਗਾਸ। ਇਸ ਕਰਕੇ ਹਮੇਸ਼ਾ ਜਿੰਨਾ ਵੀ ਸਮਾਂ ਮਿਲੇ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਸੰਗਤ ਕਰੋ। ਸੰਗਤ ਨੇ ਆਪਣਾ ਬੇੜਾ ਪਾਰ ਉਤਾਰਾ ਕਰਨਾ। ਜਿਵੇਂ ਪਾਤਸ਼ਾਹ ਪ੍ਰਮਾਣ ਕਰਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸਟ ਹਰਿਆ। ਇਹ ਤਾਂ ਇੱਥੇ ਦਾ ਸੁੱਕੇ ਹਿਰਦੇ ਵੀ, ਸੁੱਕੇ ਮਨ ਵੀ ਹਰੇ ਭਰੇ ਹੋ ਜਾਂਦੇ ਆ। ਜਦੋਂ ਮੀਂਹ ਪੈਂਦਾ ਨਾ, ਫਿਰ ਦੇਖ ਲਓ ਸਾਰੀਆਂ ਜਗ੍ਹਾ ਹਰੀਆਂ ਭਰੀਆਂ ਹੋ ਜਾਂਦੀਆਂ ਨੇ। ਇਹ ਜਿਹੜੀ ਸੰਗਤ ਹੈ, ਇੱਥੇ ਤਾਂ ਨਾਮ ਬਾਣੀ ਦਾ ਬਰਖਾ ਹੁੰਦੀ ਹੈ। ਇਹ ਤਾਂ ਕਲਯੁਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਸੌਖਾ ਢੰਗ ਦੇ ਦਿੱਤਾ ਤਰਨ ਦਾ। ਇੰਨਾ ਸੁੱਖ ਇੱਥੇ ਮਿਲਦਾ। ਪਹਿਲਾਂ ਲੋਕ ਇੰਨੇ ਭਾਵ ਕੇ ਸਾਧਨ ਕਰਦੇ ਹੁੰਦੇ, ਕਿਤੇ ਕੋਈ ਬਾਹਰ ਜਾਂਦਾ, ਕੋਈ ਜੰਗਲਾਂ ਵਿੱਚ ਪੁੱਠੇ ਲਮਕਦੇ ਸੀਗੇ, ਭੁੱਖੇ ਰਹਿ ਕੇ, ਧਿਆਏ ਰਹਿ ਕੇ ਭਗਤੀ ਕਰਿਆ ਕਰਦੇ। ਇੱਥੇ ਸਭ ਕੁਛ ਹੈ, ਪਰ ਲੰਗਰ ਛਕੋ ਮੌਜ ਨਾਲ, ਫਿਰ ਆ ਕੇ ਤੇ ਚੌਂਕੜਾ ਮਾਰੇ ਘੰਟਾ ਬੈਠੋ, ਘੰਟੀ ਬਹੁਤ ਆ। ਭਗਤ ਜੀ ਕਹਿੰਦੇ ਏਕ ਘੜੀ ਆਦਿ ਘੜੀ, ਆਦਿ ਸੇ ਆਦਿ ਹੂੰ ਤੇ ਆਦ, ਭਗਤਨ ਛੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿੰਨਾ ਆਪਾਂ ਸੰਗਤ ਕਰਾਂਗੇ ਉਨੀ ਆਪਾਂ ਨੂੰ ਲਾਭ ਹੀ ਲਾਭ, ਆਪਣੇ ਜਨਮਾਂ ਜਨਮਾਂ ਦੇ ਪਾਪ ਦੂਰ ਹੋਣਗੇ। ਔਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ। ਕੱਲ੍ਹ ਨੂੰ ਮਹਾਂਪੁਰਖ ਭਾਵ ਕਲਿਆਣ ਵਾਲੇ ਪਹੁੰਚਣਗੇ। ਸਭ ਸੰਗਤਾਂ ਨੇ ਬੇਨਤੀ ਹੈ ਵੀ ਸਮੇਂ ਸਿਰ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਉਣੀਆਂ। ਮਹਾਂਪੁਰਖਾਂ ਦੇ ਪ੍ਰਵਚਨ ਸੁਣ ਕੇ ਆਪਣੇ ਸਮੇਂ ਦੇ ਸਵਾਸਾਂ ਨੂੰ ਸਫਲਾ ਬਣਾਉਣਾ। ਰਲ ਮਿਲ ਕੇ ਭੋਗ ਦਾ ਸ਼ਲੋਕ, ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਨਾਮ ਜਹਾਜ ਚੜੇ ਸੋ ਉਤਰੇ ਪਾਰ, ਪਾਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।